ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਸਭਾਏਮਾਨ ਹੋਏ ਬੈਠੇ ਸਤਸੰਗੀ ਜਨੋ, ਸਤਿਗੁਰਾਂ ਦੀ ਅਪਾਰ ਕਿਰਪਾ ਹੋਈ। ਗੁਰੂ ਚਰਨਾਂ ਦੇ ਵਿੱਚ ਜੁੜ ਬੈਠਣ ਦਾ ਸੁਭਾਗ ਸਮਾਂ ਪ੍ਰਾਪਤ ਹੋਇਆ ਹੈ। ਵੱਡੇ ਕੀਆਂ ਵਡਿਆਈਆਂ ਕਰਦੇ ਹੋਏ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਜੋ ਪਾਵਨ ਬਚਨ ਸਾਡੀ ਝੋਲੀ ਵਿੱਚ ਪਾਏ ਹਨ, ਉਹਨਾਂ ਦੀ ਲੜੀਵਾਰ ਵਿਚਾਰ ਸੰਗਤਾਂ ਨੇ ਸਰਵਣ ਕੀਤੀ ਹੈ। ਆਓ ਅਗਲੇ ਦੀ ਵਿਚਾਰ ਨਾਲ ਜੁੜ ਕੇ ਗੁਰੂ ਮਹਾਰਾਜ ਜੀ ਦੀ ਅਸੀਸਾਂ ਪ੍ਰਾਪਤ ਕਰੀਏ। ਹੁਣ ਤੱਕ 160 ਪਦੇ ਲੜੀਵਾਰ ਵਿਚਾਰ ਰਾਹੀਂ ਵਿਚਾਰੇ ਹਨ। 161ਵੇਂ ਪਦੇ ਤੋਂ ਵਿਚਾਰ ਆਰੰਭ ਕਰਾਂਗੇ। ਮਦਵਾਰ ਛੰਦ ਤੋਂ ਪ੍ਰਸਾਦ। ਮੁਨ ਮਨ ਪ੍ਰਣਾਮ ਗੁਣ ਗਨ ਮੁਦਾਮ, ਅਰਵਰ ਅਗੰਜ ਹਰ ਨਰ ਪ੍ਰਭੰਜ। ਸਾਰੇ ਪਹਿਲਾਂ ਮੂਲ ਪਾਠ ਕਰੋ ਜੀ। ਉਪਰੰਤ ਜੋ ਉਪਦੇਸ਼ ਗੁਰੂ ਮਹਾਰਾਜ ਜੀ ਦ੍ਰਿੜ ਕਰਾ ਰਹੇ ਹਨ, ਉਸ ਨਾਲ ਜੁੜਾਂਗੇ। ਗੁਰਫਤਿਹ ਦੀ ਸਾਧਨ ਕਰੋ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮਦਵਾਰ ਛੰਦ ਤੋਂ ਪ੍ਰਸਾਦ। ਮੁਨ ਮਨ ਪ੍ਰਣਾਮ ਗੁਣ ਗਨ ਮੁਦਾਮ, ਅਰਵਰ ਅਗੰਜ ਹਰ ਨਰ ਪ੍ਰਭੰਜ। ਅਰਵਰ ਅਗੰਜ ਹਰ ਨਰ ਪ੍ਰਭੰਜ। ਅਨਗਨ ਪ੍ਰਣਾਮ ਮੁਨ ਮਨ ਸਲਾਮ, ਹਰ ਨਰ ਅਖੰਡ ਵਰ ਨਰ ਅਮੰਡ। ਅਨਭਉ ਅਨਾਸ ਮੁਨ ਮਨ ਪ੍ਰਕਾਸ਼, ਗੁਣ ਗਨ ਪ੍ਰਣਾਮ ਜਲ ਥਲ ਮੁਦਾਮ। ਅੰਛੀਜ ਅੰਗ ਆਸਨ ਅਪੰਗ, ਉਪਮਾ ਅਪਾਰ ਗਤਮਿਤ ਉਦਾਰ। ਜਲ ਥਲ ਅਮੰਡ ਦਿਸ ਵਿਸ ਅਭੰਡ, ਜਲ ਥਲ ਮਹੰਤ ਦਿਸ ਵਿਸ ਬੇਅੰਤ। ਅਨਭਉ ਅਨਾਸ ਧਰ ਤੁਰਾਸ, ਆਜਾਨ ਬਾਹਾ ਏਕੈ ਸਦਾ। ਓੰਕਾਰ ਆਦਿ ਕਥਨੀ ਅਨਾਦ, ਖਲ ਖੰਡ ਖਿਆਲ ਗੁਰਬਰ ਅਕਾਲ। ਕਰ ਕਰ ਪ੍ਰਣਾਮ ਚਿਤ ਚਰਨ ਨਾਮ, ਆਛੀਜ ਗਾਤ ਆਜੀਜ ਨ ਬਾਤ। ਅਨਝੰਝ ਗਾਤ ਅਨਰੰਜ ਬਾਤ, ਅਨਟੁੱਟ ਭੰਡਾਰ ਅਨਠਟ ਅਪਾਰ। ਅਨਠਟ ਅਪਾਰ। ਆ ਢੀਠ ਧਰਮ ਅਤ ਢੀਠ ਕਰਮ, ਅਣਵਰਨ ਅੰਤ ਦਾਤਾ ਮਹੰਤ। ਅਣਵਰਨ ਅੰਤ ਦਾਤਾ ਮਹੰਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਗੋਬਿੰਦ ਸਿੰਘ ਮਹਾਰਾਜ ਨੇ
ਉਸ ਅਕਾਲ ਪੁਰਖ ਦੀ ਵਡਿਆਈ ਵਿੱਚ ਉਪਮਾ ਕਰਦਿਆਂ ਬੇਅੰਤ ਹੀ ਨਾਮ ਵਰਣਿਤ ਕੀਤੇ ਹਨ। 1100 ਵਾਰ ਤੋਂ ਵੱਧ ਨਾਮਾਂ ਨਾਲ ਉਸ ਅਕਾਲ ਪੁਰਖ ਵਾਹਿਗੁਰੂ ਦੀ ਉਪਮਾ ਤੇ ਵਡਿਆਈ ਕੀਤੀ ਹੈ ਤੇ ਅਕਾਲ ਪੁਰਖ ਵਾਹਿਗੁਰੂ ਬਾਰੇ ਸਾਨੂੰ ਦੱਸਿਆ ਹੈ। ਇਹ ਪਾਵਨ ਵਚਨ ਮਧਵਾਰ ਛੰਦ ਤੋਂ ਪ੍ਰਸਾਦ। ਮਧਵਾਰ ਛੰਤ ਦਾ ਨਾਂ ਹੈ। ਉਸਦੇ ਸਿਰਲੇਖ ਹੇਠ ਉਚਾਰਨ ਕੀਤੇ ਹਨ ਤੇ ਆਖਰ ਨੇ ਸਤਿਗੁਰ ਤੋਂ ਪ੍ਰਸਾਦ ਦਾ ਅਰਥ ਤੇਰੀ ਕਿਰਪਾ ਨਾਲ ਮੈਂ ਇਹ ਤੇਰੀ ਵਡਿਆਈ ਹੇ ਅਕਾਲ ਪੁਰਖ ਵਾਹਿਗੁਰੂ ਉਚਾਰਨ ਕਰ ਰਿਹਾ ਹਾਂ। ਅਸਲ ਵਿੱਚ ਉਸਦੀ ਵਡਿਆਈ ਉਹੀ ਕਰ ਸਕਦਾ ਹੈ ਜਿਸ ਦੇ ਉੱਤੇ ਅਕਾਲ ਪੁਰਖ ਦੀ ਕਿਰਪਾ ਹੈ। ਇਸ ਕਰਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਮੈਂ ਤੇਰੀ ਕਿਰਪਾ ਦੇ ਨਾਲ ਤੇਰੀ ਵਡਿਆਈ ਕਰ ਰਿਹਾ ਹਾਂ। ਮੁਨ ਮਨ ਪ੍ਰਣਾਮ। ਮੁਨ ਦਾ ਅਰਥ ਹੈ ਮੁਨੀ, ਰਿਸ਼ੀ, ਤਪੀ। ਮਨ ਦਾ ਅਰਥ ਹੈ ਮਨ ਦੇ ਨੰਨੇ ਨੂੰ ਸਿਆਰੀਏ ਮਨ ਵਿੱਚ। ਪ੍ਰਣਾਮ ਦਾ ਅਰਥ ਹੈ ਨਮਸਕਾਰ। ਗੁਰੂ ਗੋਬਿੰਦ ਸਿੰਘ ਮਹਾਰਾਜ ਆਖ ਰਹੇ ਨੇ ਕਿ ਹੇ ਪ੍ਰਭੂ, ਤਪੀ ਲੋਕ ਤੈਨੂੰ ਆਪਣੇ ਮਨ ਵਿੱਚ ਨਮਸਕਾਰ ਕਰਦੇ ਹਨ। ਮਨ ਹੀ ਮਨ ਤੇ ਤੋਂ ਸਦਕੇ ਜਾਂਦੇ ਹਨ। ਗੁਣਗਣ ਪ੍ਰਣਾਮ। ਗੁਣਗਣ ਦਾ ਅਰਥ ਹੈ ਤੂੰ ਬੇਅੰਤ ਗੁਣਾਂ ਦਾ ਮਾਲਕ ਹੈ। ਭਾਵ ਕਿ ਹੇ ਅਕਾਲ ਪੁਰਖ ਵਾਹਿਗੁਰੂ ਤੇਰੇ ਵਿੱਚ ਬੇਅੰਤ ਹੀ ਗੁਣ ਹਨ। ਇਸ ਕਰਕੇ ਤੈਨੂੰ ਨਮਸਕਾਰ ਹੈ। ਅਰਵਰ ਅਗੰਜ ਹਰ ਨਰ ਪ੍ਰਵੰਜ। ਅਰ ਦਾ ਅਰਥ ਹੁੰਦਾ ਵੈਰੀ। ਵਰ ਦਾ ਅਰਥ ਹੈ ਵੱਡੇ ਵੱਡੇ ਵੈਰੀ। ਸੱਚੇ ਪਾਤਸ਼ਾਹ ਕਹਿੰਦੇ ਨੇ ਕਿ ਹੇ ਅਕਾਲ ਪੁਰਖ ਵਾਹਿਗੁਰੂ, ਕਹਿੰਦੇ ਤੂੰ ਕੀ ਕਰਦਾ ਹੈ ਕਿ ਜਿਹੜੇ ਵੱਡੇ ਵੱਡੇ ਵੈਰੀ ਨੇ ਉਹਨਾਂ ਤੋਂ ਵੀ ਅਜਿੱਤ ਹੈ। ਆਓ ਕਿ ਵੱਡੇ ਤੋਂ ਵੱਡੇ ਵੈਰੀ ਵੀ ਤੈਨੂੰ ਜਿੱਤ ਨਹੀਂ ਸਕਦੇ। ਅਰ ਵਰ ਅਗੰਜ। ਗੰਜ ਦਾ ਅਰਥ ਹੈ ਜਿੱਤਣਾ, ਅਗੰਜ ਦਾ ਅਰਥ ਹੈ ਅਜਿੱਤ। ਪਾਓ ਕਿ ਉਹ ਤੈਨੂੰ ਜਿੱਤ ਨਹੀਂ ਸਕਦੇ, ਤੂੰ ਅਜਿੱਤ ਹੈ। ਹਰ ਨਰ ਪ੍ਰਵੰਜ। ਹੇ ਹਰੀ ਪ੍ਰਮਾਤਮਾ, ਤੂੰ ਕੀ ਕਰਦਾ ਹੈ? ਤੂੰ ਸਭ ਬੰਦਿਆਂ ਦਾ ਮਾਲਕ ਹੈ। ਪਾਓ ਕਿ ਸਭ ਦਾ ਤੇ ਨਾਲ ਨਾਸ਼ ਕਰਨ ਵਾਲਾ ਹੈ। ਅਗੰਜ ਦਾ ਅਰਥ ਹੈ ਨਾਸ਼ ਕਰਨ ਵਾਲਾ। ਪੰਜ ਦਾ ਅਰਥ ਹੈ ਭੰਨਣ ਵਾਲਾ। ਪਾਓ ਕਿ ਤੂੰ ਸਭ ਦਾ ਮਾਲਕ ਵੀ ਹੈ ਤੇ ਸਾਰਿਆਂ ਦਾ ਨਾਸ਼ ਕਰਨ ਵਾਲਾ ਹੈ। ਹਰ ਨਰ। ਹਰ ਨਰ ਦਾ ਅਰਥ ਜੋ ਵਿਦਵਾਨਾਂ ਨੇ ਕੀਤਾ ਹੈ, ਪਾਓ ਕਿ ਹਰ ਨਰੀ, ਨਰਾਂ ਦਾ ਰਾਜਾ, ਬੰਦਿਆਂ ਦਾ ਮਾਲਕ। ਪਾਓ ਕਿ ਤੂੰ ਸਾਰੇ ਬੰਦਿਆਂ ਦਾ, ਸਾਰੇ ਜੀਵਾਂ ਦਾ ਮਾਲਕ ਹੈ ਤੇ ਸਾਰਿਆਂ ਦੇ ਨਾਸ਼ ਕਰਤਾ ਹੈ। ਤੂੰ ਭੰਨਣ ਵਾਲਾ ਹੈ, ਨਾਸ਼ ਕਰਨ ਵਾਲਾ ਹੈ। ਫਿਰ ਮੈਂ ਕਹਿੰਦੇ ਅਣਗਣ ਪ੍ਰਣਾਮ ਮੁਨ ਮਨ ਸਲਾਮ। ਅਣਗਣ ਦਾ ਅਰਥ ਹੈ ਅਣਗਿਣਤ। ਪ੍ਰਣਾਮ ਦਾ ਅਰਥ ਹੈ ਨਮਸਕਾਰ। ਆਖਣ ਲੱਗੇ ਹੇ ਪ੍ਰਭੂ, ਅਣਗਿਣਤ ਜੀਵ ਹੀ ਤੈਨੂੰ ਪ੍ਰਣਾਮ ਕਰਦੇ ਹਨ। ਪਾਓ ਕਿ ਇੱਕ ਦੋ ਨਹੀਂ, ਅਣਗਿਣਤ ਜੀਵ ਜਿਨ੍ਹਾਂ ਦੀ ਕੋਈ ਗਿਣਤੀ ਨਹੀਂ ਤੈਨੂੰ ਨਮਸਕਾਰ ਕਰਦੇ ਨੇ। ਇਹਨੂੰ ਗੁਰੂ ਨਾਨਕ ਪਾਤਸ਼ਾਹ ਨੇ ਆਖਿਆ ਕਿ ਅਸੰਖ ਜਪ, ਅਸੰਖ ਭਾਉ, ਅਸੰਖ ਪੂਜਾ, ਅਸੰਖ ਤਪਤਾਉ। ਅਸੰਖ ਗ੍ਰੰਥ ਮੁਖ ਵੇਦ ਪਾਠ, ਅਸੰਖ ਜੋਗ ਮਨ ਰਹਿ ਉਦਾਸ। ਅਸੰਖ ਭਗਤ ਗੁਣ ਗਿਆਨ ਵਿਚਾਰ, ਅਸੰਖ ਸਤੀ ਅਸੰਖ ਦਾਤਾਰ। ਅਸੰਖ ਸੋਰ ਮੋਹ ਭਗਸਾਰ, ਅਸੰਖ ਮੋਨ ਲਿਵ ਲਾਏ ਤਾਰ। ਇਸ ਕਰਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਆਖ ਰਹੇ ਨੇ ਕਿ ਹੇ ਮੇਰੇ ਮਾਲਕ ਪ੍ਰਭੂ, ਅਣਗਿਣਤ ਜੀਵ ਤੈਨੂੰ ਪ੍ਰਣਾਮ ਕਰਦੇ ਹਨ, ਨਮਸਕਾਰ ਕਰਦੇ ਹਨ। ਮੁਨ ਮਨ ਸਲਾਮ। ਫਿਰ ਅੱਖਰ ਆਇਆ। ਮੁਨ ਦਾ ਅਰਥ ਹੈ ਮੁਨੀ ਜਨ, ਤਪੀ ਲੋਕ। ਮਨ ਦਾ ਅਰਥ ਹੈ ਮਨ ਵਿੱਚ। ਸਲਾਮ ਦਾ ਅਰਥ ਵੀ ਨਮਸਕਾਰ ਹੈ। ਆਖਣ ਲੱਗੇ ਜਿਹੜੇ ਮੁਨੀ ਜਨ ਹਨ ਉਹ ਆਪਣੇ ਮਨ ਵਿੱਚ ਤੈਨੂੰ ਨਮਸਕਾਰ ਕਰਦੇ ਹਨ, ਵੰਦਨਾ ਕਰਦੇ ਹਨ, ਤੈਨੂੰ ਸਲਾਮ ਕਰਦੇ ਹਨ, ਡੰਡੋਤ ਕਰਦੇ ਹਨ। ਸਾਰੇ ਹੀ ਮਨ ਤੇਰੇ ਅੱਗੇ ਝੁਕਦੇ ਹਨ। ਫਿਰ ਮਹਾਰਾਜ ਕਹਿੰਦੇ ਨੇ ਹਰ ਨਰ ਅਖੰਡ ਵਰ ਨਰ ਅਮੰਡ। ਹਰ ਨਰ ਦਾ ਅਰਥ ਹੈ
ਨਰਾਂ ਵਿੱਚੋਂ ਸ੍ਰੇਸ਼ਟ ਨਰ। ਅਖੰਡ ਦਾ ਅਰਥ ਹੈ ਮੁਕੰਮਲ, ਪੂਰਨ। ਮਹਾਰਾਜ ਕਹਿੰਦੇ ਨੇ ਤੂੰ ਸਾਰੀ ਕਾਇਨਾਤ ਦੀ ਸਰਦਾਰੀ ਆਪਣੇ ਜ਼ਿੰਮੇ ਲਈ ਹੈ। ਕਿਉਂਕਿ ਸਾਰੇ ਕਾਇਨਾਤ ਦੀ ਸਰਦਾਰੀ ਮਨੁੱਖ ਜਾਤ ਨੂੰ ਦਿੱਤੀ ਹੈ, ਪਰ ਤੂੰ ਉਸ ਦੇ ਵਿੱਚ ਸ੍ਰੇਸ਼ਟ ਹੈ, ਸਿੰਘ ਰੂਪ ਦੇ ਵਿੱਚ ਹੈ ਔਰ ਸੰਪੂਰਨ ਗੁਣਾਂ ਵਾਲਾ ਹੈ। ਸਾਰਿਆਂ ਵਿੱਚੋਂ ਤੂੰ ਹੀ ਸ੍ਰੇਸ਼ਟ ਹੈ। ਜਿਵੇਂ ਕਿ ਸਾਰੀ ਜੂਨਾਂ ਵਿੱਚ ਮਨੁੱਖ ਸ੍ਰੇਸ਼ਟ ਹੈ, ਅਤੇ ਮਨੁੱਖ ਤੋਂ ਵੀ ਉੱਤੇ ਜੇ ਕੋਈ ਹੈ ਤਾਂ ਸਤਿਗੁਰ ਕਹਿੰਦੇ ਅਕਾਲ ਪੁਰਖ ਵਾਹਿਗੁਰੂ ਤੂੰ ਆਪ ਹੈ, ਤੇ ਤੂੰ ਪਰ ਹੋਰ ਕੋਈ ਨਹੀਂ ਹੈ। ਮਨੁੱਖ ਨੂੰ ਵੀ ਪਰਮਾਤਮਾ ਨੇ ਇਸ ਕਾਇਨਾਤ ਦਾ ਸਰਦਾਰ ਬਣਾ ਕੇ ਭੇਜਿਆ। ਮਹਾਰਾਜ ਬਾਣੀ ਲਿਖਦੇ ਨੇ ਅਵਰ ਜੋਨ ਤੇਰੀ ਪਨਿਹਾਰੀ, ਇਸ ਧਰਤੀ ਮੈਂ ਤੇਰੀ ਸਰਦਾਰੀ। ਇਸ ਧਰਤੀ ਦਾ ਤੂੰ ਸਰਦਾਰ ਹੈ। ਇਹ ਗੱਲ ਵੱਖਰੀ ਹੈ ਕਿ ਧਰਤੀ ਦਾ ਸਰਦਾਰ ਹੈ ਮਨੁੱਖ, ਪਰ ਇਹ ਸਰਦਾਰਾਂ ਵਾਲੇ ਕੰਮ ਨਹੀਂ ਕਰਦਾ। ਇਹ ਕੰਮ ਬਹੁਤੇ ਪਸ਼ੂਆਂ ਵਾਲੇ ਹੀ ਕਰਦਾ ਹੈ। ਕਿਉਂਕਿ ਕਈ ਵਾਰੀ ਤਾਂ ਮਨੁੱਖ ਪਸ਼ੂਆਂ ਤੋਂ ਵੀ ਥੱਲੇ ਚਲਾ ਜਾਂਦਾ। ਤੁਸੀਂ ਦੇਖੋ ਸੰਸਾਰ ਦੇ ਵਿੱਚ ਰਹਿੰਦੇ ਹੋਏ ਪਸ਼ੂ ਵੀ ਕਈ ਵਾਰੀ ਉਹ ਕੰਮ ਨਹੀਂ ਕਰਦੇ ਜਿਹੜੇ ਕੰਮ ਬੰਦੇ ਕਰ ਜਾਂਦੇ ਹਨ। ਉਹ ਪਸ਼ੂਆਂ ਤੋਂ ਵੀ ਥੱਲੇ ਚਲੇ ਜਾਂਦੇ ਹਨ। ਇਸ ਕਰਕੇ ਗੁਰਦੇਵ ਪਿਤਾ ਕਹਿੰਦੇ ਤੂੰ ਸਾਰਿਆਂ ਦਾ ਸਰਦਾਰ ਹੈ, ਤੂੰ ਸੰਪੂਰਨ ਗੁਣਾਂ ਵਾਲਾ ਹੈ, ਅਖੰਡ ਹੈ। ਕਿਉਂਕਿ ਸੰਪੂਰਨ, ਮੁਕੰਮਲ। ਅਤੇ ਵਰਨਰ ਅਮੰਡ। ਵਰ ਦਾ ਅਰਥ ਹੁੰਦਾ ਸ੍ਰੇਸ਼ਟ, ਨਰ ਦਾ ਅਰਥ ਹੈ ਮਨੁੱਖ। ਮਨੁੱਖਾਂ ਵਿੱਚ ਫਿਰ ਸ੍ਰੇਸ਼ਟ ਹੈ। ਮਹਾਰਾਜ ਕਹਿੰਦੇ ਨੇ ਅਮੰਡ। ਅਮੰਡ ਦਾ ਤਾਂ ਜਿਸ ਨੂੰ ਕਿਤੇ ਸਜਾਵਟ ਦੀ ਲੋੜ ਨਹੀਂ। ਮੰਡਪ ਜਿਵੇਂ ਆਪਾਂ ਸਜਾਉਂਦੇ ਹਾਂ ਨਾ, ਮੰਡਪ ਦਾ ਅਰਥ ਹੈ ਸਜਾਵਟ ਦੀ ਜਗ੍ਹਾ। ਤੂੰ ਅਮੰਡ ਹੈ, ਤੈਨੂੰ ਸਜਾਵਟ ਦੀ ਲੋੜ ਨਹੀਂ, ਤੂੰ ਇਤਨਾ ਸਜਿਆ ਹੋਇਆ। ਯਾਦ ਰੱਖਿਓ ਕਿ ਰੱਬ ਨੂੰ ਕਿਸੇ ਸਜਾਵਟ ਦੀ ਲੋੜ ਨਹੀਂ, ਉਹ ਆਪ ਹੀ ਬੜਾ ਸੁੰਦਰ ਹੈ। ਉਹਨੂੰ ਤਾਂ ਮਾਰ ਕਹਿੰਦੇ ਸਾਵਲ ਸੁੰਦਰ ਰਾਮਈਆ ਮੇਰਾ ਮਨ ਲਾਗਾ ਤੋਏ। ਬੜਾ ਸੁੰਦਰ ਹੈ ਮੇਰਾ ਅਕਾਲ ਪੁਰਖ ਵਾਹਿਗੁਰੂ। ਅਸਲ ਵਿੱਚ ਉਸ ਅਕਾਲ ਪੁਰਖ ਵਾਹਿਗੁਰੂ ਦੀ ਉਪਮਾ ਵਿੱਚ ਸਤਿਗੁਰ ਕਹਿੰਦੇ ਨੇ ਉਹ ਅਤ ਦਾ ਸੁੰਦਰ ਹੈ। ਫਿਰ ਮੈਂ ਕਹਿੰਦੇ ਅਨਪਹੁ ਅਨਾਸ ਮਨ ਮਨ ਪ੍ਰਕਾਸ਼। ਅਨਪਹੁ ਦਾ ਅਰਥ ਹੈ ਕਿ ਉਹ ਪਰਮਾਤਮਾ ਜਿਹੜਾ ਹੈ ਉਹ ਆਪ ਹੀ ਗਿਆਨ ਰੂਪ ਹੈ। ਉਸ ਦਾ ਜਿਹੜਾ ਗਿਆਨ ਹੈ ਉਸ ਦੇ ਆਪ ਦੇ ਵਿੱਚੋਂ ਹੀ ਹੈ। ਅਨਾਸ ਦਾ ਅਰਥ ਹੈ ਅਵਿਨਾਸੀ ਹੈ। ਆਖਣ ਲੱਗੇ ਹੇ ਪ੍ਰਭੂ, ਹੇ ਅਵਿਨਾਸੀ ਪ੍ਰਭੂ, ਤੂੰ ਅਨਪਹੁ ਪਾਓ ਕਿ ਤੂੰ ਆਪ ਗਿਆਨ ਰੂਪ ਹੈ। ਪਾਓ ਕਿ ਤੈਨੂੰ ਗਿਆਨ ਕਿਸੇ ਹੋਰ ਕੋਲੋਂ ਲੈਣ ਦੀ ਲੋੜ ਨਹੀਂ, ਤੂੰ ਕਿਸੇ ਦਾ ਮੁਹਤਾਜ ਨਹੀਂ ਹੈ। ਅਸੀਂ ਦੇਖਦੇ ਕਿ ਗਿਆਨ ਸਾਨੂੰ ਬਚਪਨ ਤੋਂ ਲੈ ਕੇ ਹੁਣ ਤੱਕ ਅਸੀਂ ਕਿਤੋਂ ਨਾ ਕਿਤੋਂ ਪ੍ਰਾਪਤ ਕਰ ਰਹੇ ਹਾਂ। ਭਾਵੇਂ ਬੱਚੇ ਨੂੰ ਸਕੂਲ ਭੇਜਣਾ ਹੋਵੇ, ਸਿੱਖ ਦਾ ਗੁਰਦੁਆਰੇ ਵਿੱਚ ਆਉਣਾ ਹੋਵੇ, ਮਾਤਾ ਪਿਤਾ ਤੋਂ ਗਿਆਨ, ਸਮਾਜ ਤੋਂ ਗਿਆਨ। ਜਦੋਂ ਤੋਂ ਸਾਡਾ ਜਨਮ ਹੋਇਆ ਅੱਜ ਤੱਕ ਅਸੀਂ ਕੋਈ ਨਾ ਕੋਈ ਗਿਆਨ ਲੈ ਰਹੇ ਹਾਂ। ਮਨੁੱਖ ਗਿਆਨ ਲੈਣ ਵਿੱਚ ਮੁਹਤਾਜ ਹੈ, ਦੂਜੇ ਦੇ ਆਸਰੇ ਹੈ। ਸਾਡਾ ਅਨੁਭਵ ਤਾਂ ਕਿਤੇ 1-ਅੱਧਾ% ਕਿਸੇ ਦਾ, ਬਾਕੀ ਤਾਂ ਸਭ ਕੁਝ ਅਸੀਂ ਆਲੇ ਦੁਆਲੇ ਤੋਂ ਇਕੱਠਾ ਕੀਤਾ। ਬਾਕੀ ਤਾਂ ਸਭ ਅਸੀਂ ਲਿਆ ਹੀ ਹੈ। ਕਦੀ ਮਾਤਾ ਪਿਤਾ ਦੇ, ਸਮਾਜ ਦੇ ਮੁਹਤਾਜ ਰਹੇ, ਕਦੀ ਅਸੀਂ ਸਕੂਲ ਦੇ ਮੁਹਤਾਜ ਰਹੇ। ਸਾਨੂੰ ਗਿਆਨ ਬਾਹਰੋਂ ਲੈਣਾ ਪੈਂਦਾ ਹੈ। ਪਰ ਸਾਧੂ ਕਹਿੰਦੇ ਜਿਹੜਾ ਅਕਾਲ ਪੁਰਖ ਵਾਹਿਗੁਰੂ ਹੈ ਉਸ ਨੂੰ ਬਾਹਰੋਂ ਗਿਆਨ ਲੈਣ ਦੀ ਲੋੜ ਨਹੀਂ। ਉਹ ਤਾਂ ਆਪ ਹੀ ਗਿਆਨ ਦੇ ਵਿੱਚ ਗਿਆਨ ਦਾ ਭੰਡਾਰਾ ਹੈ ਔਰ ਉਸ ਨੂੰ ਗਿਆਨ ਵਾਸਤੇ ਕਿਸੇ ਦੀ ਮੁਹਤਾਜੀ ਦੀ ਲੋੜ ਨਹੀਂ ਪੈਂਦੀ, ਕਿਸੇ ਅੱਗੇ ਹੱਥ ਨਹੀਂ ਅੜਨੇ ਪੈਂਦੇ। ਉਹ ਆਪ ਹੀ ਸੁੱਤੇ ਪ੍ਰਕਾਸ਼ ਹੈ, ਉਸ ਦਾ ਗਿਆਨ ਆਪਣੇ ਆਪ ਦੇ ਵਿੱਚੋਂ ਹੀ ਹੈ। ਅਨਪਹੁ ਅਨਾਸ ਮਨ ਮਨ ਪ੍ਰਕਾਸ਼। ਮਨ ਮਨ ਦਾ ਅਰਥ ਹੈ ਫਿਰ ਤਪੀ ਲੋਕਾਂ ਦੇ ਮਨ ਵਿੱਚ ਤੂੰ ਹੀ ਚਾਨਣ ਕਰਨ ਵਾਲਾ ਹੈ। ਪ੍ਰਕਾਸ਼ ਦਾ ਅਰਥ ਹੈ ਚਾਨਣ, ਰੋਸ਼ਨੀ। ਦੇਖੋ ਸਾਧਨਾ ਕਰਨ ਦਾ ਅਰਥ, ਤਪੱਸਿਆ ਕਰਨ ਦਾ ਅਰਥ, ਬਾਣੀ ਪੜ੍ਹਨ ਦਾ ਅਰਥ ਇਹ ਹੈ ਕਿ ਸਾਡੇ ਜੀਵਨ 'ਚ ਪ੍ਰਕਾਸ਼ ਹੋ ਜਾਏ, ਸਾਨੂੰ ਸੋਝੀ ਆ ਜਾਏ।
जितनी भी साधना है सोझी वास्ते है। सिख नूं सोझी गुरु दे मिलाप नाल मिलेगी। गुर पूरा भेटियो बड़ भागी, मनै पिया परगासा, कोई न पहुँचन हारा दूजा, अपने साहिब का परवासा। ਜਦੋਂ ਗੁਰੂ ਪੂਰਾ ਭੇਟ ਪੈਂਦਾ ਨਾ, ਸਿੱਖ ਨੂੰ ਮਿਲ ਪੈਂਦਾ ਤੇ ਮਨੈ ਪਿਆ ਪ੍ਰਗਾਸਾ ਦਾ, ਮਨ ਦੇ ਅੰਦਰ ਆਤਮਿਕ ਜੀਵਨ ਦੀ ਸੂਝ ਪ੍ਰਾਪਤ ਹੋ ਜਾਂਦੀ ਹੈ। ਆਤਮਿਕ ਗਿਆਨ ਹੋ ਜਾਂਦਾ ਉਸ ਨੂੰ, ਉਹਨੂੰ ਚਾਨਣ ਹੋ ਜਾਂਦਾ, ਸੱਚ ਤੇ ਝੂਠ ਦਾ ਨਿਰਣਾ ਕਰ ਸਕਦਾ, ਗਲਤ ਤੇ ਸਹੀ ਦਾ ਉਸ ਨੂੰ ਪਤਾ ਚੱਲ ਜਾਂਦਾ। ਜਦੋਂ ਚਾਨਣ ਹੋ ਜਾਏ ਨਾ ਜੀਵਨ ਵਿੱਚ, ਜਦੋਂ ਸਮਝ ਆ ਜਾਏ, ਰੱਬੀ ਪ੍ਰਕਾਸ਼ ਹਾਸਲ ਹੋ ਜਾਏ, ਫਿਰ ਮਨੁੱਖ ਨੂੰ ਇਹ ਸਾਰੀ ਗੱਲਾਂ ਦੀ ਸੋਝੀ ਹੋ ਜਾਂਦੀ ਹੈ। ਮਹਾਰਾਜ ਸੱਚੇ ਪਾਤਸ਼ਾਹ ਆਖਣ ਲੱਗੇ, ਹੇ ਅਕਾਲ ਪੁਰਖ ਵਾਹਿਗੁਰੂ, ਜਿਹੜੇ ਮੁਨੀ ਜਨ ਹਨ, ਤਪੱਸਿਆ ਕਰਨ ਵਾਲੇ ਨੇ, ਭਗਤੀ ਕਰਨ ਵਾਲੇ ਨੇ, ਮੁਨ ਮਨ ਪ੍ਰਕਾਸ਼, ਮੁਨੀ ਜਨਾਂ ਦੇ ਮਨ ਵਿੱਚ ਤੂੰ ਆਪ ਹੀ ਚਾਨਣ ਕਰਨ ਵਾਲਾ ਹੈ। ਯਾਦ ਰੱਖਣਾ, ਸਾਡਾ ਕੰਮ ਤਾਂ ਕੇਵਲ ਭਗਤੀ ਕਰਨਾ ਹੈ, ਨਾਮ ਜਪਣਾ ਹੈ, ਗੁਰੂ ਕੀ ਸਿੱਖਿਆ ਨੂੰ ਗ੍ਰਹਿਣ ਕਰਕੇ ਉਸ ਨੂੰ ਕਮਾਉਣਾ ਹੈ। ਮੈਂ ਕਈ ਵਾਰੀ ਬੇਨਤੀ ਕਰਦਾ ਕਿ ਜ਼ਰੂਰੀ ਨਹੀਂ ਕਿ ਤੁਸੀਂ ਸਿੱਖਿਆ ਕਮਾਈ, ਸਿੱਖਿਆ ਲਈ ਅਤੇ ਅੱਜ ਹੀ ਕਿਰਪਾ ਹੋ ਜਾਏ, ਹਰ ਇੱਕ ਚੀਜ਼ ਦੀ ਸੋਝੀ ਅੱਜ ਹੋ ਜਾਏ। ਕਈ ਸਾਲ ਵੀ ਲੱਗ ਸਕਦੇ ਨੇ, ਕਈ ਜਨਮ ਵੀ ਲੱਗ ਸਕਦੇ, ਕੋਈ ਪਤਾ ਨਹੀਂ। ਹਾਂ, ਪ੍ਰਕਾਸ਼ ਕਰਨਾ ਚਾਹੇ ਤਾਂ ਹੁਣ ਇੱਕ ਖਿੰਦੇ ਵਿੱਚ ਹੀ ਦੱਸ ਸਕਦਾ, ਉਹਦੀ ਖੇਡ ਹੈ। ਬਲਿਹਾਰੀ ਗੁਰ ਆਪਣੇ ਦਿਹਾੜੀ ਸਦਵਾਰ, ਜਿਨ ਮਾਨਸ ਤੇ ਦੇਵਤੇ ਕੀਏ, ਕਰਤ ਨਾ ਲਾਗੀ ਵਾਰ। ਦੇਵਤੇ ਬਣਾਉਂਦਿਆਂ ਗੁਰੂ ਨੂੰ ਕੋਈ ਦੇਰੀ ਥੋੜ੍ਹੀ ਲੱਗਦੀ ਹੈ। ਜਦੋਂ ਦੈਵਿਕ ਗੁਣ ਸਿੱਖ ਨੂੰ ਦੇ ਦਿੱਤਾ, ਸਿੱਖ ਦੇ ਜੀਵਨ 'ਚ ਪ੍ਰਗਟ ਹੋ ਗਿਆ, ਦੇਵਤਾ ਬਣ ਗਿਆ ਬੰਦਾ। ਜਦੋਂ ਸਤ, ਸੰਤੋਖ, ਦਇਆ, ਧਰਮ, ਖਿਮਾ, ਇਹ ਸਭ ਰੱਬੀ ਗੁਣ ਹਨ। ਅਸਲ ਵਿੱਚ ਇਹਨਾਂ ਦੀ ਪ੍ਰਾਪਤੀ ਹੀ ਸਾਨੂੰ ਦੈਵਿਕ ਗੁਣਾਂ ਨਾਲ ਭਰਦੀ। ਗੁਰਬਾਣੀ ਵਿੱਚ ਜਿਹੜਾ ਦੇਵਤਾ ਅੱਖਰ ਬਹੁਤਾਤ ਵਿੱਚ ਆ ਰਿਹਾ ਹੈ, ਉਹਦਾ ਅਰਥ ਇਹ ਨਹੀਂ ਕਿ ਕਿਸੇ ਖੰਭ ਲੱਗੇ ਹੋਏ ਨੇ ਅਤੇ ਆਕਾਸ਼ਾਂ 'ਚ ਉੜਦੇ ਫਿਰਦੇ, ਉਹਨਾਂ ਦੇਵਤਿਆਂ ਦੀ ਗੱਲ ਨਹੀਂ। ਦੇਵਤੇ ਦਾ ਅਰਥ ਹੈ ਜਿਸ ਮਨੁੱਖ ਦੇ ਕੋਲ ਦੈਵਿਕ ਗੁਣ ਆ ਗਏ ਹਨ, ਸ਼ੁਭ ਗੁਣ ਆ ਗਏ ਹਨ, ਅਵਗੁਣ ਜਿਸ ਦੇ ਸਮਾਪਤ ਹੋ ਗਏ ਹਨ। ਅਤੇ ਜਦੋਂ ਗੁਰੂ ਕਿਤੇ ਟੁੱਟਦਾ ਹੈ ਨਾ, ਤਾਂ ਆਪਣੇ ਸਿੱਖ ਨੂੰ ਦੈਵਿਕ ਗੁਣਾਂ ਨਾਲ ਭਰ ਦਿੰਦਾ ਹੈ। ਸਾਰਾ ਇਤਿਹਾਸ ਹੀ ਸਾਡਾ ਇਸ ਗੱਲ ਨਾਲ ਭਰਿਆ ਹੋਇਆ ਕਿ ਜਿਗਿਆਸੂ ਸਿੱਖ ਆਇਆ, ਗੁਰੂ ਸਾਹਿਬ ਜੀ ਨੇ ਉਸ ਨੂੰ ਦੈਵਿਕ ਗੁਣ ਬਖਸ਼ਿਸ਼ ਕਰ ਦਿੱਤੇ। ਬੇਅੰਤ ਸਿੱਖਾਂ ਦਾ ਇਤਿਹਾਸ ਹੈ ਕਿ ਜਿੱਥੇ ਸਿੱਖ ਗੁਰੂ ਕੋਲ ਆਉਂਦਾ ਹੈ, ਗੁਰੂ ਦੀ ਸੰਗਤ ਕਰਦਾ ਹੈ, ਸੇਵਾ ਕਰਦਾ ਹੈ, ਉਸ ਨੂੰ ਭਾਈ ਲਹਿਣਾ ਤੋਂ ਅੰਗਦ ਕਰ ਦਿੱਤਾ, ਬਾਬਾ ਅਮਰਦਾਸ ਤੋਂ ਗੁਰੂ ਅਮਰਦਾਸ ਕਰ ਦਿੱਤਾ, ਭਾਈ ਜੇਠਾ ਤੋਂ ਗੁਰੂ ਰਾਮਦਾਸ ਕਰ ਦਿੱਤਾ, ਦੈਵਿਕ ਗੁਣਾਂ ਨਾਲ ਭਰ ਦਿੱਤਾ। ਉਸ ਤੋਂ ਬਾਅਦ ਸਿੱਖ ਕਿਤਨੇ ਜਿਨ੍ਹਾਂ ਦਾ ਜੀਵਨ ਤਬਦੀਲ ਕੀਤਾ ਗੁਰੂ ਨੇ। ਭਾਈ ਵਿਧੀ ਚੰਦ ਛੀਮਾ ਗੁਰੂ ਕਾ ਸੀਨਾ ਤੱਕ ਕਹਿ ਦਿੱਤਾ, ਜਿਹੜਾ ਕਦੀ ਚੋਰੀਆਂ ਕਰਦਾ ਸੀ, ਗੁਰੂ ਦੀ ਹਜ਼ੂਰੀ 'ਚ ਆਇਆ। ਚੋਰ ਪਿੱਛੇ ਚੋਰੀ ਕੀਤੀ ਸੀ, ਫੜਨ ਵਾਲੇ ਪਿੱਛੇ ਸਨ, ਸੰਗਤ ਵਿੱਚ ਆ ਕੇ ਬਹਿ ਗਿਆ। ਉਹਨਾਂ ਨੇ ਆ ਕੇ ਮਹਾਰਾਜ ਨੂੰ ਕਿਹਾ ਵੀ ਸਾਡਾ ਚੋਰ ਆਪ ਜੀਆਂ ਦੀ ਸੰਗਤ 'ਚ ਆਇਆ, ਮਹਾਰਾਜ ਕਿਰਪਾ ਕਰਕੇ ਸਾਡੀ ਮਦਦ ਕਰੋ, ਅਸੀਂ ਚੋਰ ਨੂੰ ਫੜਨਾ ਚਾਹੁੰਦੇ। ਗੁਰੂ ਸਾਹਿਬ ਕਹਿੰਦੇ ਵੀ ਇਹ ਤਾਂ ਸਤਸੰਗਤ ਹੈ, ਇੱਥੇ ਤਾਂ ਕੋਈ ਚੋਰ ਹੈ ਨਹੀਂ, ਜੇ ਕੋਈ ਹੈ ਤਾਂ ਲੱਭ ਲਓ। ਅਤੇ ਸਾਰੇ ਪਾਸੇ ਉਹਨਾਂ ਨੇ ਵੇਖਿਆ, ਲੱਭਿਆ ਹੀ ਨਹੀਂ, ਕਿਉਂਕਿ ਸੰਗਤ ਕਾ ਗੁਣ ਬਹੁਤ ਅਧਿਕਾਈ। ਇੱਕ ਚੋਰ ਬੰਦਾ ਵੀ ਇੱਥੇ ਆ ਕੇ ਬਹਿ ਜਾਏ ਨਾ, ਅਤੇ ਉਹਦੇ ਵੀ ਹਾਵ ਭਾਵ ਚੇਂਜ ਹੋ ਜਾਂਦੇ। ਇੱਕ ਵਾਰ ਉਚਾਰਨ ਕਰੋ ਸਤਿਨਾਮ। ਗੁਰੂ ਐਡਾ ਦਿਆਲੂ ਹੈ ਕਿ ਉਹਦੇ ਹਾਵ ਭਾਵ ਚੇਂਜ ਕਰ ਦਿੰਦਾ। ਨਹੀਂ ਤਾਂ ਚੋਰੀ ਕਰਕੇ ਆਇਆ ਸੀ, ਪਤਾ ਲੱਗ ਜਾਣਾ ਸੀ, ਪਰ ਸੰਗਤ ਦਾ ਉਸ ਵੇਲੇ ਅਸਰ ਹੋਣਾ ਸ਼ੁਰੂ ਹੋ ਗਿਆ। ਸੰਗਤ ਨੇ ਡਰ ਦੂਰ ਕਰ ਦਿੱਤਾ, ਗੁਰੂ ਦੀ ਹਜ਼ੂਰੀ ਵਿੱਚ ਆ ਗਿਆ ਵੀ ਮੈਂ ਹੁਣ ਗੁਰੂ ਸਾਹਿਬ ਦੀ ਹਜ਼ੂਰੀ ਵਿੱਚ ਆ ਗਿਆ, ਹੁਣ ਮੈਨੂੰ ਕੋਈ ਮੇਰਾ ਕੁਛ ਨਹੀਂ ਕਰ ਸਕਦਾ। ਹੁਣ ਨਹੀਂ ਫੜਿਆ ਗਿਆ। ਜਦੋਂ ਚਲੇ ਗਏ ਅਤੇ ਮਹਾਰਾਜ ਦੀ ਹਜ਼ੂਰੀ 'ਚ ਜਾ ਕੇ ਕਹਿੰਦਾ, ਸੱਚੇ ਪਾਤਸ਼ਾਹ ਮੈਨੂੰ ਲੱਭਣ ਆਏ ਸੀ, ਮੈਂ ਤਾਂ ਚੋਰੀ ਕਰਕੇ ਆਇਆ, ਮੈਂ ਭਾਈ ਵਿਧੀ ਚੰਦ, ਮੈਂ ਚੋਰ ਹਾਂ, ਚੋਰੀਆਂ ਕਰਦਾ। ਤੁਸੀਂ ਕਿਹਾ ਵੀ ਸਾਡੀ ਸੰਗਤ 'ਚ ਚੋਰ ਤਾਂ ਕੋਈ ਹੈ ਨਹੀਂ, ਅਤੇ ਸਭ ਸੰਗਤ ਬੈਠੀ ਹੋਈ, ਮੇਰੇ ਵਰਗੇ ਚੋਰ ਨੂੰ ਵੀ ਤੁਸੀਂ ਸਤਸੰਗੀ ਕਹਿ ਦਿੱਤਾ, ਬਸ ਹੁਣ ਸਤਸੰਗੀ ਬਣਾ ਲਓ। ਇੱਕ ਵਾਰੀ ਉਚਾਰਨ ਕਰੋ ਸਤਿਨਾਮ। ਹਾਂ ਤੇ ਚੋਰ ਪਰ ਸਤਸੰਗੀ ਬਣਾ ਲਓ, ਕਿਰਪਾ ਕਰ ਦਿਓ ਮੇਰੇ 'ਤੇ। ਮਹਾਰਾਜ ਨੇ ਗਲਵੱਕੜੀ ਵਿੱਚ ਲਿਆ, ਪਿਆਰ ਦਿੱਤਾ,
कुछ दिनों की संगत विच भाई विधि चंद नूं ऐसा रंग चढ़िया कि महाराज नूं कहना पिया कि विधि चंद छीमा गुरु का सीना, भी गुरु का हिरदा बन गए थे, गुरु का ज्ञान हिरदे च टिक गया। इस करके प्यार वालो जिहड़ा सिख गुरु के चरणों च आउंदा है, गुर सेवा तपा सिर तब सार, गुरु की सेवा करता है, गुरमत के ज्ञान नूं अपने जीवन का आधार बनाउंदा है, अकाल पुरख तुठदा है, उसका जिंदगी के अंदर प्रकाश कर दिंदा है, चानन कर दिंदा है, जीवन की आत्मिक जीवन की सूझ बख्शिश कर दिंदा है। गुरु गोबिंद सिंह महाराज कहते हे वाहिगुरू तू तो ये कुछ करन वाला है। फिर आखन लगे गुण गण प्रणाम जल थल मुदाम, आखन लगे हे सर्व गुण संपन्न प्रभु गुण गण प्रणाम तैनू नमस्कार है, क्योंकि तू तो सारे गुणों नाल भरपूर है ना। गुणगण का अर्थ है समूह गुणा वाला, गुणा का समूह। देखो सब गुण तेरे मैं ना ही कोई, जे साडे अंदर कोई गुण होवे ना तो ये नहीं कहना भी ये गुण मेरा नहीं, वाहिगुरु जी ने दिता है, क्योंकि सारे गुण उसदे ने, वो गुण साडे सारे ने। जिवें भाई गुरदास जी लिखते ने, कहते ने मेरे हैं ओ गुण तू गुण सागर जात रसातल ओट तुहारी। हे सच्चे पिता हे सतगुरु मेरे विच सारे ओ गुण हैं, तू गुणां दा समुंदर है। मैं तो निमाण नूं जा रहा सी, ओ गुण मेरे विच अवगुण वधदे जा रहे सन, बुराइयां वधियां जा रही सन, इस करके मैं तेरी शरण लई है। सारे मेरे ओ गुण ने, याद रखो जितने भी ओ गुण ने साडे सारे अपने साडे ओ गुण ने। साडे कोल जे कोई गुण है तो वह गुरु का दिता होया, परमात्मा का दिता होया। इस करके कोई भी गुण जीवन चाहे कोई सेवा करन दा, कोई परोपकार वृत्ति, कोई दानी वृत्ति, कोई भी चंगा गुण, मिठ बोलड़ा गुण, तो शुकराना करया करो महाराज तू कृपा की ये गुण दिता जिस करके मैं जिंदगी जीउंदा, तेरी कृपा हुई है। जे सानू कोई भी गुण प्राप्त होया है ना, तो सिख ने अकाल पुरख वाहिगुरु दे धन्नवादी होना है, क्यों वो सारे गुणों का समूह है। मालक ने गुण गण प्रणाम, हे सर्व गुण संपन्न प्रभु सारे गुणों के मालक तैनू नमस्कार है। जल थल मुदाम, जल विच थल धरती उत्ते हर थां तू सदा मौजूद है। मुदाम का अर्थ है सदा ही, तू हमेशा कायम है। अनछिज अंग आसन अपंग, अनछिज का अर्थ है ना छिजन वाला, पुराना ना होने वाला। महाराज सच्चे पातशाह कहते अंग का अर्थ होंदा शरीर, शरीर का अर्थ करांगे इत्थे स्वरूप हस्ती। महाराज कहते हे प्रभु तेरा स्वरूप कदे पुराना होने वाला नहीं। देखो ना बंदा एक जन्म लैंदा है, बच्चा हुंदा है, जवान हुंदा है, जवानी तो बुढ़ेपे चला जाता है, मौत हो जाती। पर जिहड़ा साहिब है, साहिब मेरा नीत नवा, सदा सदा दातार, वो नित नवा ही है, वो कभी पुराना नहीं हुंदा। जदों भी कोई जुड़ेगा वो ये नहीं कहेगा कि जुड़ के भी हुण साहिब पुराना हो गया, नहीं, नित नवा सुख साहिब दिंदा है। गुरु गोबिंद सिंह महाराज कहते हे मेरे प्रभु तेरा स्वरूप कदे पुराना होने वाला नहीं, ते आसन अपंग, तेरा आसन भी अडोल है, डोलन वाला नहीं है, तू अडोल है। उस अडोल ने दे नाल सिख ने जुड़ना है, उसदे अगे अरदास करनी है सच्चे पातशाह डंडोत बंधन अनिक वार, सर्व कला समरथ डोलन ते राखो प्रभु, नानक देकर हथ, हथ दे के मैनू भी डोलन तो बचा लै, क्योंकि तू अडोल है। परमेश्वर की जिहड़ी बाणी है ना, ये भी यही काम करती है। प्रभु की बाणी सबको बोलै आप अडोल, न कबहू डोलै। बाणी बोलीए, बाणी नाल जुड़िए, जिहड़ा बाणी बोलेगा वो आप अडोल हो जाएगा, कदी नहीं डोलेगा, क्योंकि बाणी डोलन ही नहीं देंदी। जिहड़ा बाणी नाल जुड़ गया, बाणी नाल जिसकी सांझ बन गई, ये बाणी उसनों बिल्कुल अडोल कर देंदी, वो नहीं डोलता।
इस करके महाराज कहते प्रभु तेरा आसन हमेशा ही अडोल है। उपमा अपार, उपमा का अर्थ है बराबरी, अपार का अर्थ है बेअंत। आखन लगे हे परमात्मा तेरी बराबरी की कोई हस्ती लभनी जीव की पहुँच तो परे की गल है। जे आपां रब की उपमा की बराबर की उसकी बराबर की कोई हस्ती लभण का यतन करिए तो कि लभ लवांगे, क्योंकि कोई होर दूजा है ही नहीं। एको है भाई, एको है साहिब मेरा, एको है, वो तो एक ही है। उस वर्गा होर कोई है नहीं तो उन्होंने लभांगे किवें। मर कहना जीव की हस्ती, जीव के बस की गल नहीं, ये भी तेरी हस्ती वर्गा किसी होर नूं लभ सके, तेरी बराबरी करने वाला, क्योंकि तू तो बेअंत है। फिर मैं कहने गत मित उदार, गत मित, गत का अर्थ होंदा हालत, गत का अर्थ होंदा अवस्था, मित का अर्थ होंदा अंदाजा माप। गुरु गोबिंद सिंह महाराज कहते हे प्रभु तू किहो जिहा है, किड्डा वड्डा है, ये दसना तेरे पैदा किए हुए जीवां वास्ते बहुत वड्डी गल है। भी जो जीव तू पैदा किए ने, भाव कि सानू तू पैदा किया है, ये तेरे पैदा किए हुए जीव ये दस नहीं सकते, उन्होंने वास्ते बहुत वड्डी गल है। जो कह सकन तू किहो जिहा है तो कितना को वड्डा है, उसकी गत नूं जाणिया नहीं जा सकता। वैसे भी गत असीं जानन दा यतन भी नहीं करते, जाणिया भी नहीं जा सकता। दोनों ही गल्लां ने। साडा जीवन तो एवें गुजरिया है, बहती जात कदे दृष्ट न धारत, मिथ्या मोह बंधै नित पारच, माधवे भज दिन नित रहनी, जन्म पदार्थ जीत हर सरनी। रहाओ मार कहते करत विकार दो कर झारत, राम रतन रिद तिल नहीं धारत, परन पोखन संग ओद बिहानी, जय जगदीश की गत नहीं जानी। उसकी अवस्था नूं जानिया ही नहीं, उसनूं समझिया ही नहीं अकाल पुरख वाहिगुरू नूं कि वो कितना को महान है। समझना की है, ये समझना, समझ समझ के ये समझना कि तू बेअंत है, असीं तेरा अंत नहीं पा सकते। बस इतनी गल समझनी, असीं कुछ नहीं हाँ, तू बेअंत है, इतना ही समझना। इस तो अगे कुछ समझण की लोड़ नहीं। असीं ये नहीं समझते कि वो बेअंत है तो साढ़े कोई जोर नहीं है उस बेअंत के अगे। फिर महाराज आख रहे ने जल थल अमंड दिस विस अपंड, हे प्रभु तू जल विच धरती उत्ते हर थां ते है। अमंड का अर्थ पिछे भी दसिया सी कि उसनूं किसी सजावट की लोड़ नहीं। अकाल पुरख वाहिगुरू तैनूं किसी सजावट की लोड़ नहीं, अमंड है। मंड का अर्थ मंडप वैसे विद्वान करते हैं, और कि अमंड जिन्हों सजाया ना जा सके, तैयार ना किया जा सके, उन्होंने कोई सजाण वाला नहीं या उन्होंने तैयार करने वाला नहीं, और कि उसनों किसी सजावट की लोड़ कोई नहीं। और एक गल जीवन च याद रखना, जिस दिन असीं अकाल पुरख वाहिगुरू नाल जुड़ गए ना, उत्थे बाहर की सजावट की सानू भी कोई लोड़ नहीं। जिहड़ा उसदे नाल कनैक्ट हो जाता है, जिहड़ा उसदे नाल जुड़ जाता है, वो अपने आप ही सोहना हो जाता है। उन्होंने किते बाहर ब्यूटी पार्लर जाने की कोई लोड़ नहीं। असल में जिहड़ा उसदे नाल जुड़दा चला जाएगा, अपने आप की खूबसूरती वधी चली जाएगी। तो गुरबाणी कहती है सही सुंदर सोहने साध संग जिन पैने। उही सोहने ने जिहड़े सत्संगत विच बह के अपने आप नूं सवारदे ने। उसनों भी किसी सजावट की लोड़ नहीं, उसका भगत बन जाए कोई, उसनों भी किसी सजावट की लोड़ नहीं। वो कभी बेढंगा हो ही नहीं सकता। उसनों सुअपण, उसनों रूप रंग वाहिगुरू आपे ही दे दिंदा है। ते दिस विस अमंड, दिस का अर्थ है दिशा, विस का अर्थ है कोने। महाराज कहते ने तू हर पासे उत्तर दक्षिण पूर्व पश्चिम और जितनियां भी दिशावां ने, पाओ कि दिशा की विचकारली थां नूं नुक्कर कहते हैं। विस, विस का अर्थ नुक्कर। महाराज आखन लगे तैनूं किसी सजावट की जिथे लोड़ नहीं, उत्थे हर पासे हर नुक्कर विच मौजूद है। अमंड का अर्थ हुंदा है, भंड का अर्थ हुंदा इस्त्री, अपंड, आओ कि तू इस्त्री तो पैदा नहीं होया।
ਅਸੀਂ ਸਾਰੇ ਇਸਤਰੀ ਤੋਂ ਜੰਮੇ ਹਾਂ। ਪੰਡ ਜੰਮੀ ਹੈ, ਪੰਡ ਨਿੰਮੀ ਹੈ, ਪੰਡ ਮੰਗਣ ਪਿਆ। ਸਾਡਾ ਇਸਤਰੀ ਨਾਲ ਨਾਤਾ ਹੈ, ਇਸਤਰੀ ਤੋਂ ਹੀ ਜੰਮੇ ਹਾਂ, ਇਸਤਰੀ ਨਾਲ ਹੀ ਪਰਿਵਾਰ ਅੱਗੇ ਚੱਲਦਾ। ਪਰ ਅਕਾਲ ਪੁਰਖ ਵਾਹਿਗੁਰੂ ਕਿਸੇ ਇਸਤਰੀ ਤੋਂ ਪੈਦਾ ਨਹੀਂ ਹੋਇਆ। ਫਿਰ ਮੈਂ ਕਹਿੰਦਾ ਜਲ ਥਲ ਮਹੰਤ, ਹੇ ਪ੍ਰਭੂ ਤੂੰ ਜਲ ਵਿੱਚ, ਥਲ ਵਿੱਚ, ਪਾਓ ਕਿ ਹਰ ਥਾਂ 'ਤੇ ਮੌਜੂਦ ਹੈ। ਮਹੰਤ ਦਾ ਅਰਥ ਤੂੰ ਸਭ ਤੋਂ ਵੱਡਾ ਹੈ, ਸ੍ਰੇਸ਼ਟ। ਦਿਸ ਵਿਸ ਬੇਅੰਤ, ਤੂੰ ਹਰ ਪਾਸੇ ਹਰ ਨੁੱਕਰ ਵਿੱਚ ਮੌਜੂਦ ਹੈ ਅਤੇ ਤੇਰਾ ਅੰਤ ਨਹੀਂ ਪਾਇਆ ਜਾ ਸਕਦਾ। ਤੂੰ ਬੇਅੰਤ ਹੈ, ਕੋਈ ਤੇਰਾ ਅੰਤ ਨਹੀਂ ਪਾ ਸਕਦਾ। ਕਿਨਹੀ ਤੇਰਾ ਅੰਤ ਨਾ ਪਾਇਆ, ਕਿਸ ਨੇ ਅੰਤ ਨਹੀਂ ਪਾਇਆ। ਜਿਹਵਾ ਏਕ ਕਵਣ ਗੁਣ ਕਹੀਐ, ਬੇਸੁਮਾਰ ਬੇਅੰਤ ਸੁਆਮੀ, ਤੇਰੋ ਅੰਤ ਨਾ ਕਿਨਹੀ ਲਈਐ। ਨਹੀਂ ਪਾਇਆ ਜਾ ਸਕਦਾ। ਫਿਰ ਮਾਰ ਕਹਿੰਦੇ ਨੇ ਅਨਭਉ ਅਨਾਸ, ਤਰਤ ਧਰਤ ਰਾਸ। ਅਨੁਭਵ ਦਾ ਅਰਥ ਹੈ ਆਪਣੇ ਆਪ ਤੋਂ ਪ੍ਰਾਪਤ ਹੋਇਆ ਗਿਆਨ ਤੇਰੇ ਕੋਲ ਹੈ। ਅਨਾਸ ਦਾ ਅਰਥ ਹੈ ਹੇ ਅਵਿਨਾਸੀ ਪ੍ਰਭੂ, ਤੇਰਾ ਕਦੀ ਨਾਸ ਹੋਣ ਵਾਲਾ ਨਹੀਂ। ਤੇਰੇ ਕੋਲ ਜਿਹੜਾ ਗਿਆਨ ਹੈ ਆਪਣੇ ਆਪ ਤੋਂ ਪਾਓ ਕਿ ਤੈਨੂੰ ਕਿਸੇ ਦੀ ਮੁਹਤਾਜੀ ਨਹੀਂ। ਤਰਤ ਧਰਤ ਉਰਾਸ, ਤਰਤ ਦਾ ਅਰਥ ਹੈ ਧਰਤੀ, ਧਰਤ ਉਰਾਸ ਦਾ ਸਰਦਾਰ ਧੁਰੰਦਰ, ਪਾਓ ਕਿ ਤੂੰ ਧਰਤੀ ਦਾ ਸਰਦਾਰ ਹੈ। ਅਤੇ ਆਜਾਨ ਬਾ, ਆਜਾਨ ਦਾ ਅਰਥ ਹੁੰਦਾ ਪੈਦਾ ਕਰਨ ਵਾਲਾ ਵਸੀਲਾ, ਪਾਓ ਜਗਤ ਦਾ ਮੁੱਢ ਹੈ ਤੂੰ। ਬਾਹ ਦਾ ਅਰਥ ਹੈ ਲੈ ਜਾਣ ਵਾਲਾ, ਰੱਖਣ ਵਾਲਾ। ਪੈਦਾ ਕਰਨ ਵਾਲਾ ਵੀ ਤੂੰ ਹੀ ਹੈ, ਲੈ ਜਾਣ ਵਾਲਾ ਵੀ ਤੂੰ ਹੀ ਹੈ। ਇੱਕ ਹੈ ਸਦਾ, ਤੂੰ ਇੱਕੋ ਹੀ ਹੈ ਸਦੀਵ ਕਾਲੀ। ਪਹਿਲਾਂ ਵੀ ਤੂੰ ਹੀ ਸੀ, ਹੁਣ ਵੀ ਤੂੰ ਹੀ ਹੈ, ਅੱਗੇ ਵੀ ਤੂੰ ਹੀ ਹੋਏਗਾ। ਤੇਰਾ ਹੀ ਇਹ ਸਾਰਾ ਪਸਾਰਾ। ਜਦੋਂ ਤੇਰਾ ਦਿਲ ਕਰਦਾ ਹੈ ਪਸਾਰਾ ਪਸਾਰ ਲੈਂਦਾ, ਜਦੋਂ ਦਿਲ ਕਰਦਾ ਇਸ ਖੇਡ ਨੂੰ ਸਮਾਪਤ ਕਰ ਦਿੰਦਾ। ਖੇਲ ਖੇਲ ਅਖੇਲ ਖੇਲਨ ਅੰਤ ਕੋ ਫਿਰ ਏਕ, ਸਾਰੀ ਖੇਡ ਉਸਦੀ ਹੈ ਪਰਮਾਤਮਾ ਦੀ। ਫਿਰ ਮਹਾਰਾਜ ਕਹਿੰਦੇ ਓੰਕਾਰ ਆਦਿ ਕਥਨੀ ਅਨਾਦ, ਹੇ ਪ੍ਰਭੂ ਤੂੰ ਹਰ ਥਾਂ ਇੱਕ ਰਸ ਵਿਆਪਕ ਹੈ। ਓੰਗ ਦਾ ਅਰਥ ਹੁੰਦਾ ਪਰਮਾਤਮਾ, ਕਾਰ ਦਾ ਅਰਥ ਹੈ ਇੱਕ ਰਸ ਵਿਆਪਕ ਸਾਰੇ ਕੰਮਾਂ ਵਿੱਚ। ਓੰਕਾਰ ਆਪਾਂ ਕਹਿੰਦੇ ਇੱਕ ਓੰਕਾਰ, ਇੱਕ ਦਾ ਅਰਥ ਹੈ ਇੱਕ, ਓੰਗ ਦਾ ਅਰਥ ਹੈ ਪਰਮਾਤਮਾ, ਕਾਰ ਦਾ ਅਰਥ ਹੈ ਸਾਰਿਆਂ 'ਚ ਇੱਕ ਰਸ ਵਿਆਪਕ। ਆਓ ਤੂੰ ਇੱਕ ਹੈ, ਤੂੰ ਪਰਮਾਤਮਾ ਇੱਕ ਰਸ ਵਿਆਪਕ ਹੈ, ਸਾਰੀ ਕਿਰਤ ਵਿੱਚ, ਸਾਰੀ ਕਾਰ ਵਿੱਚ, ਸਾਰੇ ਕੰਮਾਂ ਵਿੱਚ, ਹਰ ਥਾਂ 'ਤੇ ਵਿਆਪਕ ਹੈ। ਮਹਾਰਾਜ ਕਹਿੰਦੇ ਓੰਕਾਰ ਆਦਿ, ਹੇ ਪ੍ਰਭੂ ਤੂੰ ਹਰ ਥਾਂ ਇੱਕ ਰਸ ਵਿਆਪਕ ਹੈ। ਤੂੰ ਸਾਰੇ ਜਗਤ ਦਾ ਆਦਿ ਦਾ ਅਰਥ ਹੈ ਮੁੱਢ ਹੈ, ਮੂਲ ਹੈ। ਅਤੇ ਕਥਨੀ ਅਨਾਦ, ਬਿਆਨ ਕਰਨ ਦੇ ਯਤਨ ਕੀਤਿਆਂ ਵੀ ਤੇਰਾ ਆਦਿ ਨਹੀਂ ਲੱਭਿਆ ਜਾ ਸਕਦਾ। ਅੰਨ ਪਲਸ ਆਦਿ, ਆਦਿ ਦਾ ਅੰਨ, ਪਾਓ ਕਿ ਆਦਿ ਨਹੀਂ ਲੱਭਿਆ ਜਾ ਸਕਦਾ। ਤੂੰ ਕਦੋਂ ਹੋਇਆ, ਪਾਓ ਕਿ ਕੋਈ ਬਿਆਨ ਕਰਨ ਦਾ ਯਤਨ ਵੀ ਕਰੇ, ਆਪਾਂ ਜਿੰਨੇ ਮਰਜ਼ੀ ਬਿਆਨ ਕਰ ਲਈਏ ਤਾਂ ਵੀ ਉਹਦਾ ਮੁੱਢ ਨਹੀਂ ਦੱਸ ਸਕਦੇ ਵੀ ਪਰਮਾਤਮਾ ਨੇ ਆਪਣੇ ਆਪ ਨੂੰ ਕਦੋਂ ਪ੍ਰਕਾਸ਼ਮਾਨ ਕੀਤਾ ਸੀ, ਜਾਂ ਉਹ ਹਸਤੀ ਜਿਹੜੀ ਹੈ ਕਦੋਂ ਹੋਂਦ ਵਿੱਚ ਆਈ ਹੈ। ਉਹਦੀ ਹੋਂਦ ਬਾਰੇ ਨਹੀਂ ਕਿਹਾ ਜਾ ਸਕਦਾ, ਕਥਨ ਕਰਨ ਤੋਂ ਬਾਅਦ ਵੀ ਨਹੀਂ ਕਿਹਾ ਜਾ ਸਕਦਾ। ਫਿਰ ਮਹਾਰਾਜ ਕਹਿੰਦੇ ਖਲ ਖੰਡ ਖਿਆਲ ਗੁਰਬਰ ਅਕਾਲ। ਖਲ ਖੰਡ, ਖਲ ਦਾ ਅਰਥ ਹੁੰਦਾ ਦੁਸ਼ਟ, ਖੰਡ ਦਾ ਅਰਥ ਹੈ ਨਾਸ਼ ਕਰਨ ਵਾਲਾ, ਖਿਆਲ ਦਾ ਅਰਥ ਹੈ ਫੁਰਨਾ। ਮਹਾਰਾਜ ਆਖਣ ਲੱਗੇ ਹੇ ਪ੍ਰਭੂ ਤੂੰ ਇੱਕ ਫੁਰਨੇ ਵਿੱਚ ਦੁਸ਼ਟਾਂ ਦਾ ਨਾਸ਼ ਕਰਨ ਵਾਲਾ ਹੈ। ਆਓ ਕਿ ਦੁਸ਼ਟਾਂ ਦਾ ਇੱਕ ਫੁਰਨੇ ਵਿੱਚ ਨਾਸ਼ ਕਰ ਸਕਦਾ ਤੂੰ ਚਾਹੇ ਤਾਂ। ਇੱਕ ਖਿੰਦੀ ਖੇਡ ਹੈ ਤੇਰੇ ਵਾਸਤੇ। ਅਤੇ ਗੁਰਬਰ ਅਕਾਲ, ਤੂੰ ਸਭ ਤੋਂ ਵੱਡਾ ਹੈ। ਅਤੇ ਅਕਾਲ ਦਾ ਅਰਥ ਹੈ ਮੌਤ ਤੋਂ ਰਹਿਤ ਹੈ। ਗੁਰ ਦਾ ਅਰਥ ਹੈ ਵੱਡਾ, ਵਰ ਦਾ ਅਰਥ ਹੈ ਸ੍ਰੇਸ਼ਟ, ਅਕਾਲ ਦਾ ਅਰਥ ਹੈ ਮੌਤ ਤੋਂ ਰਹਿਤ। ਜਿੱਥੇ ਬਾਣੀ 'ਚ ਗੁਰ ਆਉਂਦਾ ਅਤੇ ਗੁਰ ਦਾ ਅਰਥ ਹਰ ਜਗ੍ਹਾ ਗੁਰੂ ਨਹੀਂ ਹੁੰਦਾ। ਜਿਵੇਂ ਮੇਰੇ ਮਨ ਜਪ ਗੁਰ ਗੋਪਾਲ ਪ੍ਰਭ ਸੋਈ, ਉੱਥੇ ਗੁਰ ਗੋਪਾਲ ਦਾ ਅਰਥ ਹੈ ਗੁਰ ਵੱਡਾ, ਗੋਪਾਲ ਦਾ ਅਰਥ ਧਰਤੀ ਦਾ ਪਾਲਣਹਾਰ, ਉਹ ਵੱਡਾ ਹੈ, ਧਰਤੀ ਦਾ ਪਾਲਣਹਾਰ ਹੈ। ਹੇ ਮੇਰੇ ਮਨ ਉਸ ਨੂੰ ਜਪ। ਇੱਥੇ ਵੀ ਕਰਨਾ ਅਕਾਲ ਪੁਰਖ ਵਾਹਿਗੁਰੂ ਜਿਹੜਾ ਨਾ ਗੁਰ ਵਰ ਅਕਾਲ ਸਭ ਤੋਂ ਵੱਡਾ ਹੈ, ਸ੍ਰੇਸ਼ਟ ਹੈ। ਅਕਾਲ ਦਾ ਅਰਥ ਹੈ ਮੌਤ ਤੋਂ ਰਹਿਤ ਹੈ। ਘਰ ਘਰ ਪ੍ਰਣਾਮ, ਹੇ ਪ੍ਰਭੂ ਘਰ ਘਰ ਵਿੱਚ ਜੀਵ ਤੈਨੂੰ ਨਮਸਕਾਰ ਕਰਦੇ ਹਨ। ਇਹ ਗੱਲ ਵੱਖਰੀ ਹੈ ਕਿ ਕਈ ਵਾਰੀ ਅਸੀਂ ਦੇਖਦੇ ਹਾਂ ਕਿ ਬੰਦਿਆਂ ਨੇ ਰੱਬ ਨੂੰ ਮੰਨਣ ਦੇ ਢੰਗ ਤਰੀਕੇ ਵੱਖੋ ਵੱਖਰੇ ਬਣਾਏ ਨੇ, ਪਰ ਅੰਦਰ ਭਾਵਨਾ ਤਕਰੀਬਨ ਭਾਵੇਂ ਕੋਈ ਘਰ ਦੇ ਵਿੱਚ ਰੱਖੀ ਮੂਰਤੀ ਨੂੰ ਮੱਥਾ ਟੇਕ ਰਿਹਾ, ਪਰ ਭਾਵਨਾ ਇਹੀ ਹੈ ਕਿ ਮੈਂ ਰੱਬ ਨੂੰ ਪੂਜ ਰਿਹਾ, ਰੱਬ ਨੂੰ ਨਮਸਕਾਰ ਕਰ ਰਿਹਾ। ਠੀਕ ਹੈ ਕਿ ਉਹ ਭੁੱਲਿਆ ਹੋਇਆ ਹੈ, ਉਹ ਕੁਰਾਹੇ ਪੈ ਗਿਆ, ਉਹਨੂੰ ਸਮਝ, ਉਹਨੇ ਕਿਸੇ ਮੂਰਤੀ ਨੂੰ, ਕਿਸੇ ਫੋਟੋ ਨੂੰ ਰੱਬ ਸਮਝ ਲਿਆ, ਕਿਸੇ ਫੋਟੋ ਨੂੰ ਗੁਰੂ ਨਾਨਕ ਸਮਝ ਲਿਆ।
गुरु नानक का विचारधारा है, गुरु नानक का बाणी है, गुरु नानक का सिद्धांत है, गुरु नानक तो एक फिलोसफी है जीवन की, जीवन का ढंग है गुरु नानक किदां जीना आपां। पर गुरु साहब कहते जे कोई तैनूं नमस्कार करे, हर घर दे विच तैनूं प्रणाम कीती जांदी है, घर घर प्रणाम, घर घर विच जीव तैनूं नमस्कार करते हैं, ते चित चरण नाम, जीवां दे चित विच तेरे चरण अते तेरा नाम वस रहे हैं। हुण परमात्मा दे चरण की ने? जद परमात्मा दा शरीर नहीं फिर चरण किहड़े ने? असल दे विच अकाल पुरख वाहिगुरू की जिहड़ी याद है, उस परमात्मा की हस्ती की जिहड़ी बेअंतता है, जदों वो साडे हिरदे विच वस गई तो उसका नाम, उसका नामना, उसकी वडियाई साडे हिरदे विच वस गई। जदों सानूं समझ आ गई भी वो सब तो वड्डी हस्ती है तो वो वडियाई का मालक है, ये दो चीज़ां साडे हिरदे च वस गईयां, समझ लो उसके चरण भी वस गए, उसका नाम भी वस गया। वैसे गुरु ते परमेश्वर दे चरण नहीं हैं। ये गल वखरी है कि कई बार असीं देखते हाँ जिथे समाज दे विच कर्म कांड वध जाण, ते जदों दास ने प्रचार आरंभ किया सी ना, ते मातावां आंदियां सन ते पीढ़ी दे पावां नूं इदां घुटदियां सन। शुरू च मैं भी घुटन लग पिया सी, बड़ा आनंद आउंदा सी भी गुरु साहब दे चरण घुट रहे। बाद च पता लग्या भी ये तो मनमत है, ये पीढ़ी गुरु साहब के चरण थोड़ी ने। गुर के चरण शब्द सतगुर को नानक बांधे पाले, तो गुरु ने दस्या भी शब्द जिहड़े ने गुरु के चरण ने। जदों समझ आई फिर लोगों को वरजिया भी पाई भी मातावां नूं कहना भी ये चरण नहीं हैं पीढ़ी दे, उन्होंने भी समझाना, आप भी समझ आ गई। जदों बाणी पढ़ी, बाणी नूं समझिया, बाणी के अर्थ समझ आए। नहीं तो पहला आपां भी करन लग पे सन, वो करते सी देखा देख हुंदा ना कई बारी। इन्हों मार कहते देखा देखी स्वांग धर मन हट कर्म कमाए। असी वेखा वेखी कई बार काम करी जाने, असं सोचते भी यही शायद धर्म है। देखो ना कई बार वेखा वेखी जिमें बाकी करते हैं आप भी उदा ही करन लग पैने, मैं भी करन लग पिया सी। पर जदों बाणी पढ़ी समझी समझ आई भी ये तो कोई गल ही होर है, ये तो गल है ही नहीं जी आप समझी बैठे। इस करके सिख नूं ये गल समझनी है कि उस परमात्मा दे याद नूं, उसदी वडियाई नूं अपने हिरदे च वसाना है। चित चरण अपने चित विच, जीव अपने चित विच तेरे चरण तेरे नाम नूं वसांदे हन ते आशीज गात आजीज ना बात। हे प्रभु तेरा शरीर कदे पुराना नहीं हुंदा ते तू किसी गल्लों किसी का मुहताज नहीं है। आजीज ना बात, बात दा अर्थ है गल्लों, किसी गल्लों भी परमात्मा किसी का मुहताज नहीं है। जे असीं नाम जप रहे हैं तो उन्होंने कोई मुहताजी थोड़ी इस चीज़ की भी साडा मेरा नाम जपेगा तो ही मेरी कोई गल बनेगी। तुसीं देखो ना अज धार्मिक स्थानां ते धर्म मंदिरां विच इत्थे धर्म कमाण नहीं आउंदे, लोग अपना नाम सुनन आउंदे भी साडा नाम बोलिया कि नहीं बोलिया। जे नाम नहीं बोलिया तो गुस्से हो जाते हैं, मेरा तो नाम बोलिया ही कोई नहीं। तुसीं खप पै जाती उन्होंने, खप खप मरते है, लड़ाइयाँ करते झगड़े, मेरा नाम नहीं बोलिया, बाकी सब का नाम बोलिया, मेरा नाम रह दिता। मैं वेखांगा ज्ञानी गिन छड़ क्यों दिता मेरा नाम। एक इलाके का एक बारी मैंबर आया, उसका नाम किते रह गया उस मिनट में, तो चढ़ गया कि ज्ञानी नूं कड्ढो जी हुणी गुरुद्वारे चों, हुणी कड्ढो हुणी। कहते मैं मैंबर है इलाके का, ये तो हालात है साडे, तू काहदा मैंबर है, तू तो कख भी नहीं। जे गुरु साहब की विचारधारा ही नहीं समझ नहीं आई तो ऐसी प्रधानियाँ ऐसी मैंबरगिरी कोई लाभ नहीं संसार दे। जे सानू गुरमति समझ नहीं आई, माफ़ करना, तो फिर ये व्यर्थ का बोझ चक्की फिरदे असीं प्रधानियां दे, कोई फायदा नहीं होया जीवन दे विच। पर अहंकार है सानू भी साडा नाम नहीं बोलिया, ये साडी हालत है। पर परमात्मा किसी गल्लों मुताज नहीं। जे सब मिल के आखण पाहे वड्डा ना होवे घाट ना जाए। सारे मिल के आखण उन्हें बड़े ने होना, कोई ना आखे तो उन्हें छोटे थोड़ी हो जाना। तुसीं ना आखो नूं उहदा की बिगड़ेगा, तुहाडा ही बिगड़ना है। तुहाडी अशांति तुहाडे जिंद पैदा होएगी, तुसीं दुखी होवोगे। जे साडे दुख दूर ने ना, जे असीं शांत हाँ उहदे नाम करके। चंदन ने सानू शांत नहीं करना। मर कहने चंदन चंद ना सुरद रुत, मूल ना मिटे काम, शीतल थी वह नानका जपंदड़ो
ਹਰ ਨਾਮ। ਨਾਮ ਜਪਦੇ ਸੀਤਲ ਹੁੰਦੇ ਆ, ਰੱਬ ਦਾ ਕੀ ਜਾਏਗਾ? ਨਹੀਂ ਜਪਾਂਗੇ ਅਸ਼ਾਂਤੀ ਸਾਨੂੰ ਮਿਲੇਗੀ, ਬੇਚੈਨੀ ਸਾਨੂੰ ਪ੍ਰਾਪਤ ਹੋਏਗੀ। ਨਾ ਜਪੋ, ਉਹਦਾ ਕੀ ਵਿਗੜਨਾ? ਰੱਬ ਦਾ ਕੁਛ ਨਹੀਂ ਜਾਣਾ। ਗੁਰੂ ਨੇ ਛੋਟੇ ਥੋੜ੍ਹੀ ਨਾ, ਕੋਈ ਵੀ ਗੁਰਦੁਆਰੇ ਨਾ ਆਵੇ ਤੇ ਗੁਰੂ ਨੇ ਕੋਈ ਛੋਟੇ ਥੋੜ੍ਹੀ ਹੋ ਜਾਣਾ। ਗੁਰੂ ਦਾ ਕੁਛ ਨਹੀਂ ਵਿਗੜਦਾ, ਇਹ ਸਾਡਾ ਵਿਗੜਦਾ। ਜਦੋਂ ਅਸੀਂ ਸੋਚਦੇ ਨਾ, ਕਈ ਕਹਿੰਦੇ ਅਸੀਂ ਗੁਰਦੁਆਰੇ ਨਹੀਂ ਆਉਣਾ, ਨਾ ਤੇ ਤੇਰੇ ਆਉਣ ਨਾਲ ਕੀ ਹੋ ਜਾਏਗਾ? ਨਹੀਂ ਆਏਗਾ ਤੇ ਗੁਰੂ ਸਾਹਿਬ ਜੀ ਜੋ ਗਿਆਨ ਦੇਣਾ ਬੰਦ ਕਰ ਦੇਣਗੇ ਵੀ ਤੂੰ ਫਲਾਣਾ ਬੰਦਾ ਨਹੀਂ ਆਇਆ। ਸਾਡੇ ਭੁਲੇਖੇ ਬਹੁਤ ਜ਼ਿਆਦਾ ਨੇ ਜੀਵਨ ਦੇ ਵਿੱਚ। ਅਸੀਂ ਸਮਝਦੇ ਵੀ ਸਾਡੇ ਵਰਗਾ ਸਿਆਣਾ ਕੋਈ ਜੰਮਿਆ ਹੀ ਨਹੀਂ, ਪਹਿਲੀ ਵਾਰ ਅਸੀਂ ਜੰਮੇ ਇੱਥੇ ਧਰਤੀ 'ਚ। ਕਿਤਨੇ ਆਏ, ਕਿਤਨੇ ਇੱਥੋਂ ਚਲੇ ਗਏ ਆ ਕੇ। ਇਸ ਕਰਕੇ ਸਾਹਿਬ ਕਹਿੰਦੇ ਮੇਰਾ ਮਾਲਕ ਕਿਸੇ ਦਾ ਮੁਹਤਾਜ ਨਹੀਂ। ਫਿਰ ਕਹਿੰਦੇ ਅੰਚ ਅੰਜ ਗਾਤ ਅਨਰੰਜ ਬਾਤ। ਹੇ ਪ੍ਰਭੂ, ਤੇਰੀ ਹਸਤੀ ਝਗੜੇ ਝਮੇਲਿਆਂ ਤੋਂ ਉਤਾਂ ਹੈ, ਉਹ ਕਿਸੇ ਝਗੜੇ ਝਮੇਲਿਆਂ ਤੋਂ ਉਪਰਾਮ ਹੈ। ਸਾਨੂੰ ਵੀ ਗੁਰਬਾਣੀ ਕਹਿੰਦੀ ਬਾਦ ਵਿਵਾਦ ਕਾਹੂ ਸੋ ਨਾ ਕੀਜੈ, ਰਸਨਾ ਰਾਮ ਰਸਾਇਣ ਕੀਜੈ। ਕਿਸੇ ਨਾਲ ਬਾਤ ਝਗੜਾ ਕੀ ਕਰਨਾ? ਰਸਨਾ ਨਾਲ ਪਰਮਾਤਮਾ ਦਾ ਨਾਮ ਜਪ। ਕਿਉਂ ਝਗੜਿਆਂ 'ਚ ਪੈਣਾ? ਝਗੜਾ ਕਰਾਂਗੇ ਆਪ ਵੀ ਅਸ਼ਾਂਤ ਹੋਵਾਂਗੇ, ਦੂਜਾ ਵੀ ਅਸ਼ਾਂਤ ਹੋਏਗਾ। ਇਸ ਕਰਕੇ ਉਹਨਾਂ 'ਚ ਨਾਮ ਜਪ ਲਈਏ। ਕੋਈ ਮਾੜਾ ਕਹਿੰਦਾ ਕਹੀ ਜਾਏ, ਕੀ ਫਰਕ ਪੈਂਦਾ? ਕਈ ਵਾਰੀ ਮੈਨੂੰ ਪੁੱਛਦੇ ਨਾ ਵੀ ਤੁਸੀਂ ਕਈ ਵਾਰੀ ਕਹਿੰਦੇ ਹੋ ਵੀ ਬਾਣੀ ਮਨ ਨਹੀਂ ਟਿਕਦਾ ਤੇ ਕੀ ਫਾਇਦਾ, ਤੇ ਕਈ ਵਾਰ ਤੁਸੀਂ ਕਹਿੰਦੇ ਵੀ ਬਾਣੀ ਪੜ੍ਹਨੀ ਚਾਹੀਦੀ, ਸਮਝ ਨਹੀਂ ਆਈ। ਕਹਿੰਦੇ ਕਿਉਂਕਿ ਇਹਦੇ ਦੋ ਫਾਇਦੇ ਨੇ। ਮਨ ਨਹੀਂ ਟਿਕਦਾ ਤੇ ਸਾਨੂੰ ਇੱਕ ਅਭਿਆਸ ਕਰਨਾ ਚਾਹੀਦਾ ਵੀ ਮਨ ਟਿਕਾ ਕੇ ਬਾਣੀ ਪੜ੍ਹੀਏ, ਪੂਰੀ ਜ਼ਿੰਦਗੀ ਇੱਦਾਂ ਹੀ ਪੜ੍ਹਦੇ ਰਹਾਂਗੇ। ਇੱਕ ਦੂਜੀ ਗੱਲ, ਜੇ ਮਨ ਨਹੀਂ ਵੀ ਟਿਕਦਾ ਤਾਂ ਵੀ ਬਾਣੀ ਪੜ੍ਹੋ, ਤੁਸੀਂ ਇਹ ਵੀ ਕਹਿੰਦੇ ਹੋ ਕਈ ਵਾਰੀ। ਇਸ ਕਰਕੇ ਕਹੀਦਾ ਵੀ ਮੰਨ ਲਓ ਕਿ 1 ਘੰਟਾ ਤੁਸੀਂ ਸੁਖਮਨੀ ਸਾਹਿਬ ਦਾ ਪਾਠ ਕੀਤਾ, ਤੁਹਾਡਾ ਮਨ ਨਹੀਂ ਟਿਕਿਆ, ਕੋਈ ਗੱਲ ਨਹੀਂ। 1 ਘੰਟੇ ਤੁਹਾਡੇ ਕਈ ਝਗੜਿਆਂ ਤੋਂ ਤੁਸੀਂ ਬਚ ਗਏ, ਕਿਉਂਕਿ ਘੰਟਾ ਵੀ ਉਹ ਤੁਸੀਂ ਫੋਨ 'ਤੇ ਗੱਲਾਂ ਕਰਨੀਆਂ ਸਨ, ਕਿਸੇ ਨੂੰ ਚੰਗਾ ਕਹਿਣਾ ਸੀ, ਕਿਸੇ ਨੂੰ ਮਾੜਾ ਕਹਿਣਾ ਸੀ, ਬਾਅਦ ਵਿੱਚ ਮੁਕਾਬਲੇ ਕਰਾਉਣੇ ਸੀ, ਨੂੰ ਸੱਚ ਦਾ ਝਗੜਾ ਹੋਣਾ ਸੀ, ਕਿਤੇ ਹੋਰ ਝਗੜੇ ਹੋਣੇ ਸੀ। ਇਹ ਤੁਸੀਂ ਘੰਟਾ ਗੁਟਕਾ ਲੈ ਕੇ ਬਹਿ ਕੇ, ਠੀਕ ਹੈ ਨਹੀਂ ਮਨ ਟਿਕਿਆ, ਪਰ 1 ਘੰਟਾ ਨਿੰਦਾ ਚੁਗਲੀ ਤਾਂ ਬਚ ਗਏ ਤੁਸੀਂ। ਇੱਕ ਵਾਰੀ ਉਚਾਰਨ ਕਰੋ ਸਤਿਨਾਮ, ਲਾਭ ਹੋਇਆ। ਨਿੰਦਾ ਚੁਗਲੀ ਕਰਦੇ ਤੇ ਹੋਰ ਮਨ ਅਸ਼ਾਂਤ ਹੋਣਾ ਸੀ। ਨਹੀਂ ਮਨ ਟਿਕਿਆ, ਕੋਈ ਗੱਲ ਨਹੀਂ, ਪੜ੍ਹੀ ਜਾਓ। ਜੇ 1 ਘੰਟਾ ਨਿੰਦਾ ਚੁਗਲੀ ਕਰਨੀ ਹੈ, ਕਈ ਨਾ ਮੈਨੂੰ ਕਹਿਣਗੇ ਤੁਸੀਂ ਜੀ ਟਾਈਮ ਬਹੁਤ ਜ਼ਿਆਦਾ ਕਰ ਦਿੰਦੇ, ਤੁਸੀਂ ਦੇਖਦੇ ਨਹੀਂ ਘੜੀ ਨੂੰ। ਮੈਂ ਕਿ ਹਾਂ ਠੀਕ ਹੈ, ਟਾਈਮ ਸਿਰ ਸਮਾਪਤੀ ਕਰ ਦਿਆ ਕਰੋ। ਕਈ ਵਾਰੀ ਮੈਂ ਟਾਈਮ ਸਿਰ ਸਮਾਪਤੀ ਕਰਕੇ ਬਾਹਰ ਗਿਆ ਨਾ, ਜਿਵੇਂ ਕਿਤੇ ਕੰਮ 'ਤੇ ਜਾਣਾ ਹੁੰਦਾ, ਅਤੇ ਜਿਹੜੇ ਬੰਦੇ ਕਹਿੰਦੇ ਲੇਟ ਕਰ ਦਿਓ, 1 ਘੰਟਾ ਬਾਅਦ ਵੀ ਉਹ ਰਸਤੇ 'ਚ ਖੜ੍ਹੇ ਹੋਏ ਮਿਲੇ ਮੈਨੂੰ। ਮੈਂ ਪੁੱਛਿਆ ਤੁਸੀਂ ਤਾਂ ਬੜੀ ਲੇਟ ਹੋ ਰਹੇ ਸੀ? ਉਹ ਬੰਦਾ ਮਿਲ ਗਿਆ ਸੀ, 2 ਗੱਲਾਂ ਹੋ ਗਈਆਂ। 1 ਘੰਟੇ 2 ਗੱਲਾਂ ਹੋਈਆਂ ਤੁਹਾਡੀਆਂ? ਹੱਦ ਹੋ ਗਈ। ਤੁਸੀਂ ਕਿਹਾ ਅਸੀਂ ਲੇਟ ਹੋ ਰਹੇ ਗੁਰਦੁਆਰੇ, ਤੁਸੀਂ ਸਾਨੂੰ ਲੇਟ ਕਰ ਦਿੰਦੇ ਹੋ। 1 ਘੰਟਾ ਹੁਣ ਲੇਟ ਨਹੀਂ ਹੋਏ ਕਰ ਤੁਸੀਂ, ਤੁਹਾਨੂੰ ਕਰਦੇ 100 ਕੰਮ ਸੀ, ਕੰਮ ਕੀਤੇ ਨਹੀਂ ਜਾ ਕੇ। ਸਾਡੀ ਹਾਲਤ ਇਹ ਹੈ ਵੀ ਮਾੜੇ ਕੰਮਾਂ ਵਾਸਤੇ ਅਸੀਂ ਘੰਟਾ ਵੀ, ਪਿੰਡਾਂ ਵਿੱਚ ਕੀ ਹੁੰਦਾ ਨਾ, ਸਿਰ 'ਤੇ ਟੋਕਰੀ ਰੱਖੀ ਹੁੰਦੀ ਹੈ ਗੋਹੇ ਦੀ, ਅਤੇ ਬੀਬੀ ਨੂੰ ਮਿਲ ਜਾਏ ਨਾ ਅਤੇ ਆਪਣੀ ਨੂੰਹ ਦੀ ਫਲਾਣੀ ਦੀ ਘੰਟਾ ਲਾ ਦੇਗੀ, ਉਹਨੂੰ ਬੋਝ ਨਹੀਂ ਲੱਗਦਾ। ਉਦੋਂ ਟੋਕਰੀ ਦਾ ਬੋਝ ਹੀ ਨਹੀਂ ਲੱਗਦਾ ਉਹਨੂੰ, ਨਿੰਦਾ ਵਿੱਚ ਨਹੀਂ ਖੋ ਜਾਂਦੀ ਹੈ। ਅਤੇ ਜੇ ਕਹੀਏ ਵੀ ਗੁਰੂ ਘਰ ਦੇ ਵਿੱਚ ਸੇਵਾ ਚੱਲ ਰਹੀ ਹੈ, ਟੋਕਰੀ ਢੋਹ ਲਓ ਜੀ, ਵਜ਼ਨ ਚੱਕਿਆ ਨਹੀਂ ਜਾਂਦਾ। ਹੱਦ ਹੋ ਗਈ। ਉੱਥੇ ਜੋ ਟੋਕਰੀ ਅਤੇ ਘੰਟਾ ਉੱਥੇ ਗੱਲਾਂ 'ਚ ਚਲਾ ਗਿਆ, ਗੁਰੂ ਘਰ ਦੀ ਟੋਕਰੀ ਚੱਕਣੀ ਔਖੀ ਹੋ ਗਈ। ਸਾਡੀ ਹਾਲਤ ਹੈ। ਫਿਰ ਮਹਾਰਾਜ ਕਹਿੰਦੇ ਇਸ ਕਰਕੇ ਮੇਰਾ ਮਾਲਕ ਜਿਹੜਾ ਹੈ ਉਹ ਸਾਰੇ ਝਮੇਲਿਆਂ ਤੋਂ ਮੁਕਤ ਹੈ। ਅਨਰੰਜ ਗਾਤ, ਤੂੰ ਜੀਵਾਂ ਦੇ ਕਿਸੇ ਗੱਲੋਂ ਗੁੱਸੇ ਨਹੀਂ ਹੁੰਦਾ, ਰੰਜ ਨਹੀਂ ਕਰਦਾ ਪਰਮਾਤਮਾ। ਜਿਵੇਂ ਇੱਕ ਦੂਜੇ ਤੋਂ ਅਸੀਂ ਗੁੱਸੇ ਹੋ ਜਾਂਦੇ ਨਾ, ਰੱਬ ਗੁੱਸੇ ਨਹੀਂ ਹੁੰਦਾ ਕਿਸੇ ਤੋਂ। ਕੋਈ ਚੰਗਾ ਆਖੇ, ਕੋਈ ਮਾੜਾ ਆਖੇ, ਉਹ ਗੁੱਸੇ ਥੋੜ੍ਹੀ ਹੁੰਦਾ, ਉਹ ਆਨੰਦ ਦੇ ਵਿੱਚ ਹੈ, ਇੱਕੋ ਜਿਹਾ। ਮਹਾਰਾਜ ਕਹਿੰਦੇ ਨੇ ਅਣਟੁੱਟ ਭੰਡਾਰ, ਹੇ ਪਰਮਾਤਮਾ, ਕਹਿੰਦੇ ਨੇ ਜੀਵਾਂ ਲਈ ਤੂੰ ਕੀ ਹੈ? ਖੁੱਲ੍ਹੇ ਭੰਡਾਰੇ ਵਾਲਾ ਹੈ। ਤੇਰੇ ਭੰਡਾਰੇ ਸਭ ਲਈ ਖੁੱਲ੍ਹੇ ਨੇ, ਇੱਕੋ ਜਿਹੇ ਨੇ। ਹਵਾ ਅਸੀਂ ਸਾਰੇ ਖੁੱਲ੍ਹੀ ਭੋਗ ਰਹੇ ਹਾਂ, ਸੂਰਜ ਦੀਆਂ ਕਿਰਨਾਂ ਖੁੱਲ੍ਹੀਆਂ ਲੈ ਰਹੇ ਨੇ, ਧਰਤੀ 'ਤੇ ਖੁੱਲ੍ਹੇ ਵਿਚਾਰ ਰਹੇ ਨੇ। ਸਾਰਿਆਂ ਵਾਸਤੇ ਇੱਕੋ ਜਿਹੇ ਉਹਨੇ ਸਾਧਨ ਦਿੱਤੇ ਵਾਹਿਗੁਰੂ ਜੀ ਨੇ। ਪਾਰਕ ਤੁਸੀਂ ਘੁੰਮਣ ਜਾਓ, ਕੋਈ ਟੈਕਸ ਥੋੜ੍ਹੀ ਹੈ, ਤੁਸੀਂ ਵੀ ਘੁੰਮ ਲਓ, ਦੂਜਾ ਜਿਤਨੀ ਮਰਜ਼ੀ ਆਕਸੀਜਨ ਲੈ ਲਓ। ਕੋਈ ਇਹ ਤਾਂ ਨਹੀਂ ਵੀ ਅਮੀਰ ਨੂੰ ਮਿਲੇਗੀ ਅਤੇ ਗਰੀਬ ਨੂੰ ਨਹੀਂ ਮਿਲੇਗੀ। ਅਤੇ ਹਵਾ ਨੇ ਕੋਈ ਵਿਤਕਰਾ ਕੀਤਾ ਤੁਹਾਡੇ ਨਾਲ, ਸੂਰਜ ਦੀਆਂ ਕਿਰਨਾਂ ਨੇ ਕੋਈ ਵਿਤਕਰਾ ਕੀਤਾ ਹੋਵੇ ਵੀ ਅਮੀਰ ਨੂੰ ਜਾ ਰਹੀਆਂ ਨੇ, ਗਰੀਬ ਦੇ ਉੱਤੇ ਰੋਕ ਲਈਆਂ, ਅਤੇ ਕੋਈ ਵਿਤਕਰਾ ਤਾਂ ਨਹੀਂ ਨਾ ਵਾਹਿਗੁਰੂ ਜੀ ਵੱਲੋਂ। ਦੇ ਭੰਡਾਰੇ ਖੁੱਲ੍ਹੇ ਨੇ ਅਤੇ ਅਣਠੱਡ ਅਪਾਰ। ਮਹਾਰਾਜ ਕਹਿੰਦੇ ਨੇ ਤੈਨੂੰ ਕਿਸੇ ਮੂਰਤੀ ਵਾਂਗ ਮੰਦਰਾਂ ਵਿੱਚ ਥਾਪਿਆ ਨਹੀਂ ਜਾ ਸਕਦਾ, ਕਿਉਂਕਿ ਤੂੰ ਅਪਾਰ ਹੈ, ਬੇਅੰਤ ਹੈ। ਅਣਠੱਡ ਦਾ ਅਰਥ ਹੈ ਥਾਪਨਾ। ਮੂਰਤੀ ਵਾਂਗ ਸਥਾਪਿਤ ਨਹੀਂ ਕੀਤਾ ਜਾ ਸਕਦਾ। ਥਾਪਿਆ ਨਾ ਜਾਏ, ਕੀਤਾ ਨਾ ਹੋਏ, ਆਪੇ ਆਪ ਨਿਰੰਜਨ ਸੋਏ। ਇਸ ਦੀ ਲਾਸਟ ਪੰਕਤੀਆਂ 'ਚ ਮਹਾਰਾਜ ਕਹਿੰਦੇ ਨੇ ਆਡੀਟ ਧਰਮ ਅਤ ਢੀਠ ਕਰਮ।
तेरी फर्ज सियानी किसी होर थां वेखण विच नहीं आउंदी। तेरे सारे काम बड़े साहस वाले हैं, और कि परमात्मा बड़ा साहस वाला है, बड़ा दलेर है परमात्मा। ਜਿਹੜੇ भी फैसले लैंदा बड़ी दलेरी लैंदा परमात्मा। इसकी मिसाल नहीं मिलती। ये सारा काम करता भी बड़े साथ ते उत्साह दे नाल है। किसी बद्दा रुद्दा नहीं करता परमात्मा। जिवें असीं जो पाठ भी करना तो बद्दा रुद्दा करना ही पैना है, गुरुद्वारे जाना ही पैना सिख हाँ। वाहिगुरू सारे संसार के जीवन वाल कोई बद्दा रुद्दा नहीं। उन्होंने तो महाराज कहने बद्दा चट्टी जो करे ना गुण ना उपकार, सेती खुशी विसारी है। असी तो बद्दा चट्टी करके कई बार कर लेंगे हैं, पर जिहड़ा वाहिगुरू है ना वो सारे जीवां दे उत्ते कृपा कर रहा, सारे काम बड़े उत्साह नाल कर रहा। हुक्मी हुक्म चलाए राह नानक विकसै बेपरवाह, खुश हो रहा करता होया, अपने हुक्म में सारी कार करता होया। ये साढ़े वांग नहीं वे करना ही पैना, मुसीबत आ गई जो करना ही रोज़ के काम ने करो भाई, फिर की हो गया। अच्छा देखो घर लड़ाइयाँ किने, रोटी मैं नहीं पकानी, फलाना काम मैं नहीं करना, ये नहीं करना, वो रोज़ के काम असी करने ने, स्यापे क्यों पाने फिर। अज साढ़े परिवारों कितने स्यापे ने, कितनी गल्लां ने, क्यों? क्योंकि असी जो अपने आप नूं गुरु चरणों नाल जोड़ नहीं सके। जे किते गुरमत साढ़े जीवन च आ जाती ना, फिर असी सोचते ये मिट्टी है, जिन्ना नूं वा लीए उन्ना चंगा, जिन्ना काम कर लीए इस नाल उन्ना चंगा। असी काम तो अज बचना चाहते हैं। एक गल याद रखना, काम करोगे दो लाभ ने। एक तो शरीर बीमार नहीं रहेगा, काम करोगे घर से झगड़ा नहीं होएगा। नहीं तो आ रही है पोचे वाली, आ रही है भांडे वाली, पूरा दिन दो। करोना में वैसे सारिਆਂ ਨੂੰ अकल आ गई सी, जो भांडे वाली नहीं सी आती, पोचे वाली नहीं सी आती। सारे मैनू कहते बाबा जी अकल आ गए हुण। तो कई बीबियाँ आके भैणां कहंदियां, कहंदे हुण वीर जी कहंदे हुण आपे ही कीता, कहंदे काम करन दी आदत ही बन गई। कहंदे मगर चंगा होया ना। कहंदे जदों तो करोना है बीमार भी नहीं होए। वो बीमार क्यों होंगे जो शरीर चलेगा, बीमारी क्यों आनी। गुरु साहब ने देखो जी किरत सी केवल इस वास्ते नहीं दी भी काम इस करके करना, काम इस करके करना शरीर स्वस्थ रहिंदा। ਇਹਦਾ अर्थ ये नहीं है कि किरत जी गुरु साहब ने एवं दे दी भी साढ़े कोल पैसे ने तो पैसे फूकी जाओ ना। साडा शरीर बीमार हो जाता है क्योंकि असी आलसी हो जाते हैं, ना पाठ करते, ना बाणी पढ़ते, ना अपने काम करते। असी कहते दूजा कर जाएगा बस पैसे दे देंगे, गल खत्म होगी, पैसे साढ़े कोल हैगे नहीं। इस करके थोड़ा सा आपां नूं गुरु के सिद्धांतां नूं भी वाचना चाहिए। फिर महाराज कहने मेरा प्रभु जिहड़ा है ना वो ढीठ है और कि दलेर है, अणवरण अंत दाता महंत है। प्रभु तेरे उत्ते कोई चोट नहीं कर सकता। तो दाता महंत, तू सब नूं दाता देण वाला, तो महंत दा अर्थ सब तो वड्डा है। इस तरह गुरु साहब जी परमात्मा की अकाल पुरख की उपमा विच ये वचन उचारण करके सानू अकाल पुरख की बेअंतता बारे समझा रहे हैं। आओ पाठ करके गुरु साहब की असीस प्राप्त करिए। उच्ची आवाज़ सारे ने पाठ करना। मदवार छंद तो प्रसाद, मदवार छंद तो प्रसाद, मन मन प्रणाम गुण गण मुदाम, मन मन प्रणाम गुण गण मुदाम, हर वर अगंज हर नर प्रभंज, हर बर अगंज हर नर प्रबंज, अनगन प्रणाम मन मन सलाम, अनगन प्रणाम मुन मन सलाम, हर नर अखंड वर नर अमंड, हर नर अखंड वर नर अबंड, अनुभव अनास मन मन प्रकाश, अनुभव अनास मुन मन प्रकाश, गुण गण प्रणाम जल थल मुदाम, गुण गण प्रणाम जल थल मुदाम, अंशीज अंग आसन अपंग, चीज अंग आसन अपंग, उपमा अपार गतमित उदार, उपमा अपार गत मित उदार, जल थल अमंड दिस विस अपंड, जल थल अमंड दिस विस अबंड, जल थल महंत दिस विस बेअंत, जल थल महंत दिस विस बेअंत, अनुभव अनास तरत तर तुरास, अनुभव अनास धृत धर दुरास, आजान वाह एक सदा, अजान बहा एक सदा, ओंकार आद कथनी अनाद, ओंकार आद कथनी अनाद, खल खंड ख्याल गुरबर अकाल, खल ख्याल गुरबर अकाल, कर कर प्रणाम चित चरण नाम, कर कर प्रणाम चित चरण नाम, आशीज गात आजीज न बात, अंशीज गात आजिज न बात, अनचंज गात अनरंज बात, अनजंज गात अनरंज बात, अनटुट भंडार अनठट अपार, अनटुट पंडार अनडठ अपार, आट ईट तरम अत ढीठ करम, आटीठ
धर्म अत ढीठ करम अणबण अंत दाता महंत। अनवर्ण अनंत दाता महंत। ਸੋ ਇਤਨੇ ਬਚਨ ਪ੍ਰਵਾਨ ਕਰਨੇ। ਸਾਰਿਆਂ ਦਾ ਧੰਨਵਾਦ ਜੀ। ਆਇਆਂ ਨੂੰ ਫਤਿਹ ਦੀ ਸਾਂਝ ਕਰੋ, ਪਿਆਰ ਨਾਲ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕੱਲ੍ਹ ਦੇ ਹਫ਼ਤਾਵਾਰੀ ਦੀਵਾਨ 6:30 ਤੋਂ 9 ਵਜੇ ਤੱਕ ਹੋਣਗੇ। ਅੱਜ ਗੁਰੂ ਨਾਨਕ ਪਾਤਸ਼ਾਹ ਜੀ ਦਾ ਵਿਆਹ ਪੁਰਬ ਹੈ। ਸਮਾਂ ਨਹੀਂ ਮਿਲਿਆ, ਉਹਨਾਂ ਦੇ ਵਿਆਹ ਪੁਰਬ ਦੀਆਂ ਸਾਰਿਆਂ ਨੂੰ ਬਹੁਤ ਬਹੁਤ ਵਧਾਈਆਂ। ਕੱਲ੍ਹ ਦੇ ਦੀਵਾਨ ਵਿੱਚ ਆਪਾਂ ਉਹਨਾਂ ਦੇ ਵਿਆਹ ਪੁਰਬ ਦੀ ਕਥਾ ਕਰਾਂਗੇ, ਜੋ 7:40 ਤੋਂ ਲੈ ਕੇ 8 ਵਜੇ ਤੱਕ ਦਾ ਆਪਣੇ ਕੋਲ ਟਾਈਮ ਹੁੰਦਾ ਹੈ, 20 ਮਿੰਟ ਦਾ। ਸੋ ਸਾਰਿਆਂ ਨੇ ਸਮਾਂ ਸਿਰ ਪਹੁੰਚ ਕੇ ਮਹਾਰਾਜ ਦੇ ਵਿਆਹ ਪੁਰਬ ਦੀ ਕਥਾ ਸੁਣ ਕੇ ਜੀਵਨ ਸਫਲਾ ਕਰਨਾ। ਅੱਜ ਇਤਨੀਆਂ ਬੇਨਤੀਆਂ ਪ੍ਰਵਾਨ ਕਰੋ। ਆਓ ਆਨੰਦ ਸਾਹਿਬ ਦਾ ਪਾਠ ਸਰਬਤ ਦੇ ਭਲੇ ਲਈ ਅਰਦਾਸ ਕਰੀਏ। ਫਤਿਹ ਦੀ ਸਾਂਝ ਕਰੋ, ਪਿਆਰ ਨਾਲ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹਲਾ ਤੀਜਾ। ਨਿਕ ਓੰਕਾਰ ਸਤਿਗੁਰ ਪ੍ਰਸਾਦ। ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ। ਰਾਗ ਰਤਨ ਪਰਿਵਾਰ ਭਰੀਆਂ ਸ਼ਬਦ ਗਾਵਣ ਆਈਆਂ। ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ। ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਨਾ। ਸਭਨਾ ਗੱਲਾਂ ਸਮਰਤ ਸੁਆਮੀ ਸੋ ਕਿਉ ਮਨੋ ਵਿਸਾਰੇ। ਸਾਚੇ ਸਾਹਿਬਾ ਕਿਆ ਨਹੀਂ ਕਰ ਤੇਰੇ। ਸਦਾ ਸਿਵ ਸਲਾਹ ਤੇਰੀ ਨਾਮ ਮਨ ਵਸਾਵੇ। ਕਹਿ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰ ਤੇਰੇ। ਸਾਚਾ ਨਾਮ ਮੇਰਾ ਆਧਾਰੂ ਸਾਚ ਨਾਮ। ਕਰ ਸ਼ਾਂਤ ਸੁਖਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈਆਂ। ਕਹਿ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰੂ। ਸਾਚਾ ਨਾਮ ਮੇਰਾ ਆਧਾਰੂ ਵਾਜੇ। ਪੰਜੋ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ। ਕਹਿ ਨਾਨਕ ਤੈਂ ਸੁਖ ਹੋਵਾ ਤਿਤ ਕਰ ਅਨਹਦ ਵਾਜੇ। ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਿਸੂਰੇ। ਸੰਤ ਸਾਜਨ ਪਏ ਸਰਸੇ ਪੂਰੇ ਗੁਰ ਤੇ ਜਾਣੀ। ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ। ਸੁਣ ਤੇ ਪੁਨੀਤ ਕਹਿਤੇ ਸਤਿਗੁਰ ਰਿਹਾ ਭਰਪੂਰੇ। ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਧ ਆਗੇ ਅਰ